ਸਤਿ ਸ੍ਰੀ ਅਕਾਲ। ਅਸੀਂ ਕਦੀ-ਕਦੀ ਆਪਣੇ ਬੀਤ ਗਏ ਸਮੇਂ ਵੱਲ ਝਾਤੀ ਮਾਰਦੇ ਹਾਂ। ਸਾਨੂੰ ਆਪਣੇ ਪੁਰਾਣੇ ਤਜਰਬਿਆਂ ਤੋਂ ਨਵੇਂ ਰਾਹ ਮਿਲਦੇ ਹਨ। ਪੁਰਾਣੀਆਂ ਯਾਦਾਂ ਨਵਾਂ ਉਤਸ਼ਾਹ ਦਿੰਦੀਆਂ ਹਨ। ਇਸੇ ਤਰ੍ਹਾਂ ਮਨੁੱਖ ਦੇ ਬੀਤ ਗਏ ਸਮੇਂ ਦੀਆਂ ਯਾਦਾਂ ਇਤਿਹਾਸ ਕਹਾਉਂਦੀਆਂ ਹਨ। ਇਤਿਹਾਸ ਮਨੁੱਖ ਜਾਤੀ ਦੇ ਸਾਂਝੇ ਤਜਰਬਿਆਂ ਦਾ ਸੰਗ੍ਰਹਿ ਹੈ। ਇਸ ਤੋਂ ਮਨੁੱਖ ਨੂੰ ਨਵਾਂ ਉਤਸ਼ਾਹ ਮਿਲਦਾ ਹੈ ਅਤੇ ਉਸ ਦਾ ਭਵਿੱਖ ਉਜਾਲਾ ਅਤੇ ਰੰਗੀਨ ਬਣਦਾ ਹੈ। ਕਹਾਣੀ ਅਤੇ ਇਤਿਹਾਸ ਓਪਰੀ ਜਿਹੀ ਸਾਂਝ ਥੱਲੇ ਇੱਕ ਡੂੰਘਾ ਅੰਤਰ ਹੈ। ਕਿਸੇ ਘਟਨਾ ਨੂੰ ਨਿਰਪੱਖ ਦ੍ਰਿਸ਼ਟੀ ਤੋਂ ਜਾਂਚ ਕੇ ਵਰਣਨ ਕਰਨ ਨਾਲ ਇਤਿਹਾਸ ਬਣਦਾ ਹੈ, ਪਰ ਜੇ ਉਹੀ ਘਟਨਾ ਨਿੱਜੀ ਜਜ਼ਬਿਆਂ ਦੇ ਅਸਰ ਹੇਠ ਵਧਾ ਚੜ੍ਹਾ ਕੇ ਵਰਣਨ ਕੀਤਾ ਜਾਏ ਤਾਂ ਉਹ ਕਹਾਣੀ ਦਾ ਰੂਪ ਧਾਰਨ ਕਰ ਲੈਂਦੀ ਹੈ। ਇਤਿਹਾਸ ਦੀ ਖੋਜ ਅਸਲ ਵਿੱਚ ਸੱਚਾਈ ਦੀ ਖੋਜ ਹੈ। ਹੈਰੋਡੋਟਸ ਪਹਿਲਾ ਮਨੁੱਖ ਹੈ ਜਿਨੇ ਪ੍ਰਾਚੀਨ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਸੱਚਾਈ ਦੀ ਕਸਵੱਟੀ 'ਤੇ ਤੋਲ ਕੇ ਲਿਖਿਆ ਹੈ। ਦੁਨੀਆ ਨੂੰ ਹੈਰੋਡੋਟਸ ਦੀ ਬੜੀ ਵੱਡੀ ਦੇਣ ਹੈ। ਯੂਰਪ ਅਤੇ ਏਸ਼ੀਆ ਦਾ ਮੁੱਢ ਕਦੀਮ ਤੋਂ ਆਪਸ ਵਿੱਚ ਝਗੜਾ ਰਿਹਾ ਹੈ। ਈਰਾਨੀਆਂ ਦੇ ਕਥਨ ਅਨੁਸਾਰ ਇਸ ਝਗੜੇ ਦਾ ਮੁੱਢ ਫਿਨੀਸ਼ੀਆ ਕੌਮ ਦੇ ਲੋਕਾਂ ਨੇ ਬੰਨ੍ਹਿਆ। ਇਹ ਲੋਕ ਪਹਿਲਾਂ ਹਿੰਦ ਮਹਾਸਾਗਰ ਦੇ ਕੰਢਿਆਂ 'ਤੇ ਰਹਿੰਦੇ ਸਨ, ਪਰ ਹੁੰਦੇ ਹੁੰਦੇ ਇਹ ਰੂਮ ਸਾਗਰ ਦੇ ਪੂਰਬੀ ਕਿਨਾਰੇ 'ਤੇ ਜਾ ਵਸੇ। ਇਹ ਲੋਕ ਸਮੁੰਦਰੀ ਵਪਾਰ ਵਿੱਚ ਬੜੇ ਨਿਪੁੰਨ ਸਨ। ਇਹਨਾਂ ਨੇ ਹੌਲੀ ਹੌਲੀ ਰੂਮ ਸਾਗਰ ਨਾਲ ਲੱਗਦੇ ਦੇਸ਼ਾਂ ਨਾਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਦੀ ਗੱਲ ਹੈ ਕਿ ਕੁਝ ਫੈਨੀਸ਼ੀਅਨ ਵਪਾਰੀ ਯੂਨਾਨ ਦੇ ਪ੍ਰਾਚੀਨ ਕਾਲ ਦੀ ਪ੍ਰਸਿੱਧ ਬੰਦਰਗਾਹ ਆਰਗੋਸ ਵਿੱਚ ਜਾ ਉਤਰੇ ਅਤੇ 5-6 ਦਿਨ ਯੂਨਾਨੀਆਂ ਨਾਲ ਵਪਾਰਕ ਲੈਣ ਦੇਣ ਕਰਦੇ ਰਹੇ। ਉਹਨਾਂ ਦੇ ਆਪਣੇ ਦੇਸ਼ ਨੂੰ ਮੁੜ ਜਾਣ ਤੋਂ ਇੱਕ ਦਿਨ ਪਹਿਲਾਂ ਕੁਝ ਯੂਨਾਨੀ ਇਸਤਰੀਆਂ ਵੀ ਸਮਾਨ ਖਰੀਦਣ ਜਾਂ ਸ਼ਾਇਦ ਕੰਢੇ 'ਤੇ ਲੱਗੀ ਰੌਣਕ ਵੇਖਣ ਆਈਆਂ। ਇਹਨਾਂ ਇਸਤਰੀਆਂ ਵਿੱਚ ਉਸ ਸ਼ਹਿਰ ਦੇ ਰਾਜੇ ਆਇਨਕਾਸ ਦੀ ਲੜਕੀ ਆਇਓ ਵੀ ਸੀ। ਅਚਾਨਕ ਫਿਨੀਸ਼ੀਅਨ ਮਲਾਹਾਂ ਨੇ ਉਹਨਾਂ 'ਤੇ ਹੱਲਾ ਬੋਲ ਦਿੱਤਾ। ਇਸ ਭਾਜੜ ਵਿੱਚ ਕੁਝ ਤਾਂ ਜਾਨ ਬਚਾ ਕੇ ਨੱਸ ਗਈਆਂ, ਪਰ ਉਹਨਾਂ ਵਿੱਚੋਂ ਕੁਝ ਫਿਨੀਸ਼ੀਅਨ ਮਲਾਹਾਂ ਦੇ ਹੱਥ ਆ ਗਈਆਂ। ਇਹਨਾਂ ਨੂੰ ਉਹ ਗੁਲਾਮ ਬਣਾ ਕੇ ਮਿਸਰ ਵੱਲ ਲੈ ਗਏ। ਇਹਨਾਂ ਗੁਲਾਮ ਔਰਤਾਂ ਵਿੱਚ ਸ਼ਹਿਜ਼ਾਦੀ ਆਇਓ ਵੀ ਸੀ। ਫਿਨੀਸ਼ੀਆ ਦੇ ਮਲਾਹਾਂ ਦੀ ਇਸ ਸ਼ਰਾਰਤ 'ਤੇ ਯੂਨਾਨੀਆਂ ਨੂੰ ਸਖਤ ਗੁੱਸਾ ਆਇਆ ਅਤੇ ਉਹਨਾਂ ਨੇ ਫਿਨੀਸ਼ੀਆ ਵਾਲਿਆਂ ਤੋਂ ਬਦਲਾ ਲੈਣ ਦਾ ਪੱਕਾ ਮਨ ਬਣਾ ਲਿਆ। ਰੂਮ ਸਾਗਰ ਦੇ ਵਿੱਚ ਯੂਨਾਨੀਆਂ ਦਾ ਕ੍ਰੀਟ ਨਾਂ ਦਾ ਇੱਕ ਟਾਪੂ ਹੈ। ਇੱਥੋਂ ਦੇ ਯੂਨਾਨੀਆਂ ਨੇ ਕੁਝ ਸਮੇਂ ਪਿੱਛੋਂ ਫਿਨੀਸ਼ੀਆ ਦੇ ਸ਼ਹਿਰ ਟਾਇਰ 'ਤੇ ਛਾਪਾ ਮਾਰ ਕੇ ਉੱਥੋਂ ਦੇ ਰਾਜੇ ਦੀ ਲੜਕੀ ਯੂਰੋਪਾ ਨੂੰ ਜ਼ਬਰਦਸਤੀ ਚੁੱਕ ਲਿਆਂਦਾ। ਯੂਨਾਨੀਆਂ ਨੇ ਇਸ ਤਰ੍ਹਾਂ ਆਪਣਾ ਪੁਰਾਣਾ ਬਦਲਾ ਲੈ ਲਿਆ, ਪਰ ਉਹਨਾਂ ਨੇ ਇਸ 'ਤੇ ਬੱਸ ਨਾ ਕੀਤੀ, ਸਗੋਂ ਹੋਰ ਵੀ ਕਈ ਵਧੀਕੀਆਂ ਕੀਤੀਆਂ। ਉਹਨਾਂ ਨੇ ਇੱਕ ਜੰਗੀ ਜਹਾਜ਼ ਤਿਆਰ ਕੀਤਾ ਅਤੇ ਫੈਸਿਸ ਨਦੀ ਦੇ ਕੰਢੇ 'ਤੇ ਸਥਿਤ ਸ਼ਹਿਰ ਕੋਲਸਿਜ ਵਿੱਚ ਜਾ ਕੇ ਉੱਥੋਂ ਦੇ ਰਾਜੇ ਦੀ ਲੜਕੀ ਮਿਡੀਆ ਨੂੰ ਚੁੱਕ ਲਿਆਂਦਾ। ਰਾਜੇ ਨੇ ਯੂਨਾਨ ਵੱਲ ਆਪਣਾ ਇੱਕ ਦੂਤ ਭੇਜਿਆ, ਜਿਸ ਦੁਆਰਾ ਉਹਨੇ ਨਾ ਕੇਵਲ ਇਸ ਕੀਤੀ ਗਈ ਵਧੀਕੀ ਦਾ ਹਰਜਾਨਾ ਮੰਗਿਆ, ਬਲਕਿ ਸ਼ਹਿਜ਼ਾਦੀ ਨੂੰ ਵੀ ਜਲਦੀ ਤੋਂ ਜਲਦੀ ਵਾਪਸ ਭੇਜਣ ਦੀ ਮੰਗ ਕੀਤੀ। ਅੱਗੋਂ ਯੂਨਾਨੀਆਂ ਨੇ ਉੱਤਰ ਦਿੱਤਾ ਕਿ ਫਿਨੀਸ਼ੀਆ ਵਾਲਿਆਂ ਨੇ ਉਹਨਾਂ ਦੀ ਸ਼ਹਿਜ਼ਾਦੀ ਆਇਓ ਦੇ ਚੁੱਕ ਲੈ ਜਾਣ ਸਮੇਂ ਕੋਈ ਹਰਜਾਨਾ ਨਹੀਂ ਸੀ ਦਿੱਤਾ, ਇਸ ਲਈ ਫਿਨੀਸ਼ੀਆ ਵਾਲਿਆਂ ਦੀ ਇਹ ਮੰਗ ਨਾਵਾਜਬ ਹੈ ਅਤੇ ਸਵੀਕਾਰ ਨਹੀਂ ਕੀਤੀ ਜਾ ਸਕਦੀ। ਫਿਨੀਸ਼ੀਆ ਵਾਲਿਆਂ ਦੇ ਮਨ ਵਿੱਚ ਇਹ ਗੱਲ ਰੜਕਦੀ ਰਹੀ। ਉਹਨਾਂ ਨੂੰ ਆਪਣੀ ਅਗਲੀ ਪੀੜ੍ਹੀ ਵਿੱਚ ਯੂਨਾਨੀਆਂ ਵੱਲੋਂ ਕੀਤੀ ਗਈ ਇਸ ਵਧੀਕੀ ਦਾ ਬਦਲਾ ਲੈਣ ਦਾ ਬਹਾਨਾ ਮਿਲ ਗਿਆ। ਟਰਾਏ ਦੇ ਸ਼ਹਿਜ਼ਾਦੇ ਪੈਰਿਸ ਨੇ ਇਹ ਪ੍ਰਣ ਕੀਤਾ ਕਿ ਉਹ ਕਿਸੇ ਨਾ ਕਿਸੇ ਯੂਨਾਨੀ ਸ਼ਹਿਜ਼ਾਦੀ ਨਾਲ ਜ਼ਬਰਦਸਤੀ ਵਿਆਹ ਕਰਵਾ ਕੇ ਹੀ ਛੱਡੇਗਾ। ਸੋ ਉਹਨੇ ਬਾਦਸ਼ਾਹ ਅਗੈਮੋਨਨ ਦੀ ਰਾਣੀ ਹੈਲਨ ਨੂੰ, ਜੋ ਉਸ ਸਮੇਂ ਦੀਆਂ ਸਭ ਇਸਤਰੀਆਂ ਨਾਲੋਂ ਸੁੰਦਰ ਮੰਨੀ ਜਾਂਦੀ ਸੀ, ਜ਼ਬਰਦਸਤੀ ਚੁੱਕ ਲਿਆਂਦਾ। ਯੂਨਾਨੀਆਂ ਨੇ ਤਾਕਤ ਦੁਆਰਾ ਹੈਲਨ ਨੂੰ ਵਾਪਸ ਲੈਣ ਤੋਂ ਪਹਿਲਾਂ ਗੱਲਬਾਤ ਦੁਆਰਾ ਉਹਨਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਪੈਰਿਸ ਨੇ ਪਿਛਲੀਆਂ ਬੀਤੀਆਂ ਘਟਨਾਵਾਂ ਦੇ ਆਧਾਰ 'ਤੇ ਹੈਲਨ ਨੂੰ ਮੋੜਨੋਂ ਨਾ ਕਰ ਦਿੱਤੀ। ਯੂਨਾਨੀਆਂ ਨੇ ਗੁੱਸੇ ਵਿੱਚ ਆ ਕੇ ਇੱਕ ਬੜਾ ਭਾਰੀ ਲਸ਼ਕਰ ਇਕੱਠਾ ਕੀਤਾ ਅਤੇ ਜਹਾਜ਼ਾਂ ਦੁਆਰਾ ਟਰਾਏ 'ਤੇ ਚੜ੍ਹਾਈ ਕਰ ਦਿੱਤੀ। 9 ਸਾਲ ਘੋਰ ਯੁੱਧ ਹੁੰਦਾ ਰਿਹਾ। ਦੋਵਾਂ ਪਾਸਿਆਂ ਤੋਂ ਕਈ 94 ਯੋਧੇ ਮਾਰੇ ਗਏ ਅਤੇ ਅੰਤ ਨੂੰ ਟਰਾਏ ਬਿਲਕੁਲ ਤਬਾਹ ਹੋ ਗਿਆ। ਇਸ ਪਿੱਛੋਂ ਟਰਾਏ ਵਾਲੇ ਯੂਨਾਨੀਆਂ ਨੂੰ ਆਪਣੀ ਜਾਨੀ ਦੁਸ਼ਮਣ ਮੰਨਣ ਲੱਗ ਪਏ। ਹੌਲੀ ਹੌਲੀ ਇਹਨਾਂ ਦੋਵਾਂ ਕੌਮਾਂ ਦਾ ਆਪਸੀ ਵੈਰ ਵੱਧ ਕੇ ਯੂਰਪ ਅਤੇ ਏਸ਼ੀਆ ਦੇ ਆਪਸੀ ਵਾਰ ਵਿੱਚ ਬਦਲ ਗਿਆ। ਇਹ ਸੀ ਮੁੱਢਲੀ ਜਾਣਕਾਰੀ ਕਿ ਯੂਰਪ ਅਤੇ ਏਸ਼ੀਆ ਦੇ ਝਗੜੇ ਦਾ ਮੁੱਢ ਕੀ ਸੀ, ਅਤੇ ਨਾਲ ਹੀ ਇਹ ਵੀ ਦੱਸ ਦੇਵਾਂ ਕਿ ਹੈਰੋਡੋਟਸ ਇੱਕ ਪ੍ਰਾਚੀਨ ਯੂਨਾਨੀ ਇਤਿਹਾਸਕਾਰ ਸੀ ਅਤੇ ਉਸਨੇ ਬੜਾ ਹੀ ਵਿਸਤ੍ਰਿਤ ਅਤੇ ਦਿਲਚਸਪ ਯੂਰਪ ਅਤੇ ਏਸ਼ੀਆ ਦੀ ਲੜਾਈ ਦਾ ਵਰਣਨ ਕੀਤਾ ਹੈ। ਉਹ ਪਹਿਲਾ ਇਤਿਹਾਸਕਾਰ ਹੋਇਆ ਹੈ ਜਿਸ ਨੇ ਇਸ ਲੜਾਈ ਦੀਆਂ ਸਾਰੀਆਂ ਘਟਨਾਵਾਂ ਨੂੰ ਤਰਤੀਬਵਾਰ ਲਿਖਿਆ ਹੈ। ਉਸ ਨੂੰ ਆਧੁਨਿਕ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ 484 BC ਦੇ ਆਸ-ਪਾਸ ਪੈਦਾ ਹੋਇਆ ਅਤੇ ਤਕਰੀਬਨ 60 ਸਾਲ ਦੀ ਉਮਰ ਭੋਗ ਕੇ
इस फानी संसार ਨੂੰ अलविदा कह गया। राजे करिसस ਦੀ कहानी। तुर्की ਨੂੰ ਏਸ਼ੀਆ ਮਾਈਨਰ ਜਾਂ ਛੋਟਾ ਏਸ਼ੀਆ ਕਹਿੰਦੇ ਹਨ। ਇਸ ਵਿੱਚ ਹੈਲਿਸ ਨਾਂ ਦੀ ਇੱਕ ਨਦੀ ਵਗਦੀ ਹੈ। ਪ੍ਰਾਚੀਨ ਕਾਲ ਵਿੱਚ ਇਸ ਨਦੀ ਦੇ ਪੱਛਮ ਵਿੱਚ ਇੱਕ ਛੋਟਾ ਜਿਹਾ ਦੇਸ਼ ਸੀ ਜਿਸ ਨੂੰ ਲਿਡੀਆ ਕਹਿੰਦੇ ਸਨ। ਇੱਥੇ ਕਰਿਸਸ ਨਾਂ ਦਾ ਇੱਕ ਬੜਾ ਸ਼ਕਤੀਸ਼ਾਲੀ ਰਾਜਾ ਰਾਜ ਕਰਦਾ ਸੀ। ਆਸ-ਪਾਸ ਦੇ ਕਈ ਨਿੱਕੇ ਨਿੱਕੇ ਦੇਸ਼ਾਂ ਤੋਂ ਇਲਾਵਾ ਕਈ ਯੂਨਾਨੀ ਰਿਆਸਤਾਂ ਵੀ ਇਸ ਦੇ ਅਧੀਨ ਸਨ। ਇਸ ਰਾਜ ਦਾ ਮਾਲਕ ਪਹਿਲਾਂ ਰਾਜਾ ਹੈਰਾਕਲੀਜ਼ ਹੁੰਦਾ ਸੀ, ਪਰ ਬਾਅਦ ਵਿੱਚ ਇਹ ਰਾਜ ਕਰਿਸਸ ਦੇ ਖਾਨਦਾਨ ਦੇ ਹੱਥ ਆ ਗਿਆ। ਇਹ ਕਰਿਸਸ ਦੇ ਖਾਨਦਾਨ ਦੇ ਹੱਥ ਕਿਵੇਂ ਆਇਆ, ਇਹ ਕਹਾਣੀ ਇਸ ਪ੍ਰਕਾਰ ਹੈ। ਸ਼ੁਰੂ ਵਿੱਚ ਲਿਡੀਆ ਤੇ ਕੰਡਾਉਲੀਜ਼ ਨਾਂ ਦਾ ਰਾਜਾ ਰਾਜ ਕਰਦਾ ਸੀ। ਇਹ ਆਪਣੀ ਰਾਣੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹਨੂੰ ਦੁਨੀਆ ਦੀ ਸਭ ਇਸਤਰੀਆਂ ਤੋਂ ਸੁੰਦਰ ਮੰਨਦਾ ਸੀ। ਕੰਡਾਉਲੀਜ਼ ਦੇ ਅੰਗ ਰੱਖਿਆਂ ਵਿੱਚ ਗਾਈਗੀਜ਼ ਨਾਂ ਦਾ ਇੱਕ ਸਰਦਾਰ ਸੀ। ਇਸ ਦੇ ਬਾਦਸ਼ਾਹ ਨੂੰ ਬੜਾ ਭਰੋਸਾ ਸੀ ਅਤੇ ਉਹ ਹਰ ਜ਼ਰੂਰੀ ਅਤੇ ਜ਼ਿੰਮੇਵਾਰ ਕੰਮ ਗਾਈਗੀਜ਼ ਨੂੰ ਹੀ ਸੌਂਪਦਾ ਸੀ। ਬਾਦਸ਼ਾਹ ਗਾਈਗੀਜ਼ ਸਾਹਮਣੇ ਆਪਣੀ ਰਾਣੀ ਦੀ ਸੁੰਦਰਤਾ ਦੀ ਬਹੁਤ ਹੀ ਤਾਰੀਫ ਕਰਿਆ ਕਰਦਾ ਸੀ। ਇੱਕ ਦਿਨ ਗੱਲਾਂ ਵਿੱਚ ਰਾਜੇ ਨੇ ਗਾਈਗੀਜ਼ ਨੂੰ ਕਿਹਾ, ਮੈਨੂੰ ਇੰਝ ਲੱਗਦਾ ਹੈ ਕਿ ਜੋ ਕੁਝ ਵੀ ਮੈਂ ਤੈਨੂੰ ਆਪਣੀ ਪਤਨੀ ਦੀ ਸੁੰਦਰਤਾ ਬਾਰੇ ਦੱਸਦਾ ਰਹਿੰਦਾ ਹਾਂ, ਤੂੰ ਉਸ 'ਤੇ ਯਕੀਨ ਨਹੀਂ ਕਰਦਾ। ਪਰ ਜੇ ਤੈਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਤਾਂ ਤੂੰ ਉਹਨੂੰ ਆਪਣੀ ਅੱਖਾਂ ਨਾਲ ਵੇਖ ਕੇ ਆਪਣਾ ਸੰਦੇਹ ਦੂਰ ਕਰ ਸਕਦਾ ਹੈ। ਇਹ ਸੁਣ ਕੇ ਗਾਈਗੀਜ਼ ਬੜਾ ਘਬਰਾਇਆ ਅਤੇ ਬਾਦਸ਼ਾਹ ਨੂੰ ਬੇਨਤੀ ਕਰਨ ਲੱਗਾ, ਹਜ਼ੂਰ, ਇਹ ਕੀ ਫਰਮਾ ਰਹੇ ਹੋ? ਮੈਂ ਆਪਣੀ ਮਲਕਾ ਨੂੰ ਵੇਖਣ ਦੀ ਕਿਵੇਂ ਗੁਸਤਾਖੀ ਕਰ ਸਕਦਾ ਹਾਂ? ਵੱਡ ਵਡੇਰਿਆਂ ਦਾ ਕਹਿਣਾ ਹੈ ਕਿ ਇੱਕ ਇਸਤਰੀ ਦਾ ਪਰਦਾ ਹੀ ਉਸਦੀ ਇੱਜ਼ਤ ਹੈ। ਤੁਸੀਂ ਪੂਰਾ ਯਕੀਨ ਰੱਖੋ, ਮੈਂ ਸੱਚੇ ਦਿਲੋਂ ਕਹਿੰਦਾ ਹਾਂ ਕਿ ਮਲਕਾ ਸਭ ਦੁਨੀਆ ਦੀਆਂ ਇਸਤਰੀਆਂ ਤੋਂ ਸੁੰਦਰ ਹੈ। ਇਸ ਤੋਂ ਵੱਧ ਮੈਨੂੰ ਤੁਸੀਂ ਹੋਰ ਕਿਸੇ ਗੱਲ 'ਤੇ, ਜਿਸ ਦੀ ਮੇਰੀ ਆਤਮਾ ਮੈਨੂੰ ਆਗਿਆ ਨਹੀਂ ਦਿੰਦੀ, ਮਜਬੂਰ ਨਾ ਕਰੋ। ਇਹ ਗੱਲ ਗਾਈਗੀਜ਼ ਨੇ ਬੜਾ ਡਰਦਿਆਂ ਕਹੀ, ਕਿਉਂਕਿ ਉਹਨੂੰ ਖਤਰਾ ਸੀ ਕਿ ਬਾਦਸ਼ਾਹ ਕਿਤੇ ਨਾਰਾਜ਼ ਹੀ ਨਾ ਹੋ ਜਾਏ ਅਤੇ ਉਹਨੂੰ ਲੈਣੇ ਦੇ ਦੇਣੇ ਨਾ ਪੈ ਜਾਣ। ਪਰ ਬਾਦਸ਼ਾਹ ਨੇ ਅੱਗੋਂ ਉੱਤਰ ਦਿੱਤਾ, ਤੂੰ ਘਬਰਾ ਨਾ, ਮਲਕਾ ਤੈਨੂੰ ਵਿਖਾਉਣ ਦਾ ਸਾਰਾ ਪ੍ਰਬੰਧ ਮੈਂ ਇਸ ਤਰ੍ਹਾਂ ਕਰਾਂਗਾ ਕਿ ਉਹਨੂੰ ਇਸ ਬਾਰੇ ਬਿਲਕੁਲ ਪਤਾ ਨਾ ਲੱਗੇ। ਬਾਦਸ਼ਾਹ ਦੇ ਘੜੀ ਮੁੜੀ ਕਹਿਣ 'ਤੇ ਗਾਈਗੀਜ਼ ਨੂੰ ਉਹਦੀ ਗੱਲ ਮੰਨਣੀ ਹੀ ਪਈ। ਬਾਦਸ਼ਾਹ ਨੇ ਗਾਈਗੀਜ਼ ਨੂੰ ਉਸ ਕਮਰੇ ਦੇ ਬੂਹੇ ਪਿੱਛੇ ਛੁਪਾ ਦਿੱਤਾ ਜਿਸ ਵਿੱਚ ਮਲਕਾ ਸੌਂਦੀ ਸੀ। ਸੌਣ ਤੋਂ ਪਹਿਲਾਂ ਜਦ ਰਾਣੀ ਆਪਣੇ ਬਸਤਰ ਉਤਾਰ ਰਹੀ ਸੀ ਤਾਂ ਉਹਨੂੰ ਇੱਕ ਕੁਝ ਝੌਲਾ ਜਿਹਾ ਪਿਆ ਕਿ ਬਾਹਰ ਬੂਹੇ ਪਿੱਛੇ ਕੋਈ ਖੜਾ ਹੈ। ਉਹਨੂੰ ਸ਼ੱਕ ਪੈ ਗਿਆ ਕਿ ਛੁਪਣ ਵਾਲਾ ਗਾਈਗੀਜ਼ ਹੈ। ਉਸ ਵੇਲੇ ਤਾਂ ਉਹ ਚੁੱਪ ਕਰ ਰਹੀ, ਪਰ ਉਹਨੇ ਮਨ ਵਿੱਚ ਠਾਣ ਲਈ ਕਿ ਉਹ ਇਸ ਕਿਸਮ ਦੇ ਨਿਰਲੱਜ ਪਤੀ ਤੋਂ ਇਸ ਕਮੀਨੀ ਹਰਕਤ ਦਾ ਬਦਲਾ ਜ਼ਰੂਰ ਲੈ ਕੇ ਛੱਡੇਗੀ। ਸਵੇਰੇ ਉਹਨੇ ਆਪਣੇ ਕੁਝ ਬਹੁਤ ਹੀ ਵਫਾਦਾਰ ਨੌਕਰਾਂ ਨੂੰ ਇੱਕ ਪਾਸੇ ਖੜਿਆਂ ਕਰਕੇ ਸਾਰੀ ਗੱਲ ਦੱਸੀ ਅਤੇ ਫਿਰ ਗਾਈਗੀਜ਼ ਨੂੰ ਸੱਦ ਭੇਜਿਆ। ਕਈ ਵਾਰ ਅੱਗੇ ਵੀ ਮਲਕਾ ਉਹਨੂੰ ਸੱਦ ਭੇਜਦੀ ਹੁੰਦੀ ਸੀ ਅਤੇ ਉਹ ਹੁਕਮ ਦਾ ਬੱਦਾ ਫੌਰਨ ਹਾਜ਼ਰ ਹੋ ਜਾਂਦਾ ਸੀ। ਉਹ ਹੁਣ ਵੀ ਉਸੇ ਤਰ੍ਹਾਂ ਮਲਕਾ ਦੇ ਸਾਹਮਣੇ ਆ ਹਾਜ਼ਰ ਹੋਇਆ। ਮਲਕਾ ਨੇ ਉਹਨੂੰ ਸੰਖੇਪ ਪਰ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ, ਗਾਈਗੀਜ਼, ਤੇਰੇ ਸਾਹਮਣੇ ਦੋ ਰਸਤੇ ਨੇ। ਬਾਦਸ਼ਾਹ ਨੂੰ ਜਾਨੋਂ ਮਾਰ ਕੇ ਮੇਰੇ ਨਾਲ ਵਿਆਹ ਕਰ ਲੈ ਅਤੇ ਲਿਡੀਆ ਦਾ ਤਖਤ ਸਾਂਭ ਲੈ। ਜੇ ਮਨਜ਼ੂਰ ਨਹੀਂ ਤਾਂ ਤੂੰ ਮਰਨ ਲਈ ਤਿਆਰ ਹੋ ਜਾ, ਤਾਂ ਜੋ ਤੈਨੂੰ ਮੁੜ ਆਪਣੇ ਬਾਦਸ਼ਾਹ ਦਾ ਨਾਵਾਜਬ ਹੁਕਮ ਮੰਨ ਕੇ ਗਲਤ ਕੰਮ ਕਰਨ ਦਾ ਮੌਕਾ ਨਾ ਮਿਲੇ। ਇਹ ਸੁਣ ਕੇ ਗਾਈਗੀਜ਼ ਦੇ ਹੋਸ਼ ਉੱਡ ਗਏ, ਪਰ ਕੁਝ ਸੰਭਲਣ ਪਿੱਛੋਂ ਉਹਨੇ ਮਲਕਾ ਪਾਸ ਬੇਨਤੀ ਕੀਤੀ ਕਿ ਉਹ ਉਹਨੂੰ ਇਹੋ ਜਿਹੀ ਕਰੜੀ ਸਮੱਸਿਆ ਵਿੱਚ ਨਾ ਪਾਵੇ। ਪਰ ਜਦ ਉਹਨੇ ਵੇਖਿਆ ਕਿ ਮਲਕਾ ਆਪਣੀ ਜ਼ਿੱਦ 'ਤੇ ਅੜੀ ਹੋਈ ਹੈ ਤਾਂ ਉਹਨੇ ਬਾਦਸ਼ਾਹ ਨੂੰ ਟਿਕਾਣੇ ਲਾਉਣ ਦਾ ਮਨ ਬਣਾ ਲਿਆ। ਸੋ ਇਹ ਸਾਜ਼ਿਸ਼ ਘੜੀ ਗਈ ਕਿ ਜਦ ਬਾਦਸ਼ਾਹ ਰਾਤ ਨੂੰ ਸੁੱਤਾ ਪਿਆ ਹੋਵੇ ਤਾਂ ਉਹਨੂੰ ਕਤਲ ਕਰ ਦਿੱਤਾ ਜਾਵੇ। ਇਸ ਤਰ੍ਹਾਂ ਕੰਡੋਲੀਜ਼ ਦੀ ਮੌਤ ਪਿੱਛੋਂ ਲਿਡੀਆ ਦਾ ਰਾਜ ਗਾਈਗੀਜ਼ ਦੇ ਹੱਥ ਆ ਗਿਆ। ਜਦ ਲੋਕਾਂ ਨੂੰ ਇਸ ਸਾਜ਼ਿਸ਼ ਦਾ ਪਤਾ ਲੱਗਾ ਤਾਂ ਉਹਨਾਂ ਨੇ ਗਾਈਗੀਜ਼ ਦੇ ਤਖਤ 'ਤੇ ਬੈਠਣ ਦਾ ਵਿਰੋਧ ਕੀਤਾ। ਫੈਸਲਾ ਹੋਇਆ ਕਿ ਜੇ ਡੈਲਫੀ ਦੀ ਪੁਜਾਰਨ ਇਹ ਗੱਲ ਕਹਿ ਦੇਵੇ ਕਿ ਗਾਈਗੀਜ਼ ਰਾਜ ਦਾ ਹੱਕਦਾਰ ਹੈ ਤਾਂ ਉਹ ਉਹਨੂੰ ਆਪਣਾ ਬਾਦਸ਼ਾਹ ਮੰਨ ਲੈਣਗੇ। ਉਹਨਾਂ ਸਮਿਆਂ ਵਿੱਚ ਜਦ ਵੀ ਲੋਕਾਂ ਨੂੰ ਕੋਈ ਕਠਿਨ ਸਮੱਸਿਆ ਪੇਸ਼ ਆਉਂਦੀ ਸੀ ਤਾਂ ਡੈਲਫੀ ਦੇ ਪ੍ਰਸਿੱਧ ਮੰਦਰ ਦੀ ਪੁਜਾਰਨ ਪਾਸੋਂ ਉਸ ਦਾ ਹੱਲ ਪੁੱਛਦੇ ਸਨ। ਉਹ ਆਪਣੇ ਗੈਬੀ ਇਲਮ ਦੁਆਰਾ ਭਵਿੱਖਬਾਣੀ ਕਰ ਦਿੰਦੀ ਸੀ। ਡੈਲਫੀ ਦੀ ਪੁਜਾਰਨ ਨੇ ਗਾਈਗੀਜ਼ ਨੂੰ ਤਖਤ ਦਾ ਹੱਕਦਾਰ ਦੱਸਿਆ ਅਤੇ ਲੋਕਾਂ ਨੇ ਉਹਨੂੰ ਆਪਣਾ ਬਾਦਸ਼ਾਹ ਮੰਨ ਲਿਆ। ਪਰ ਪੁਜਾਰਨ ਨੇ ਨਾਲ ਇਹ ਵੀ ਦੱਸਿਆ ਕਿ ਗਾਈਗੀਜ਼ ਦੀ 5ਵੀਂ ਪੀੜ੍ਹੀ ਵਿੱਚੋਂ ਕਿਸੇ ਨੂੰ ਬਾਦਸ਼ਾਹ ਦੇ ਕਤਲ ਦੀ ਸਜ਼ਾ ਭੁਗਤਣੀ ਪਵੇਗੀ। ਸਮਾਂ ਬੀਤਦਾ ਗਿਆ। ਗਾਈਗੀਜ਼ ਦੀ 5ਵੀਂ ਪੀੜ੍ਹੀ ਵਿੱਚੋਂ ਕਰਿਸਸ ਨਾਂ ਦਾ ਬਾਦਸ਼ਾਹ 35 ਸਾਲ ਦੀ ਉਮਰ ਵਿੱਚ ਤਖਤ 'ਤੇ ਬੈਠਾ। ਉਹਨੇ ਏਸ਼ੀਆ ਵਿੱਚ ਲਾਗੇ ਤਾਗੇ ਦੀਆਂ ਸਭ ਯੂਨਾਨੀ ਨੌ ਆਬਾਦੀਆਂ ਨੂੰ ਕਾਬੂ ਕਰਕੇ ਆਪਣਾ ਰਾਜਪਾਟ ਬਹੁਤ ਹੀ ਵਿਸ਼ਾਲ ਅਤੇ ਮਜ਼ਬੂਤ ਕਰ ਲਿਆ। ਉਨੀ ਦਿਨੀ ਸੋਲੋਨ ਨਾਮੀ ਇੱਕ ਯੂਨਾਨੀ ਵਿਦਵਾਨ ਦੇਸ਼ ਦੇਸ਼ਾਂਤਰਾਂ ਦੀ ਸੈਰ ਕਰਦਾ ਹੋਇਆ ਲਿਡੀਆ ਦੀ ਰਾਜਧਾਨੀ ਸਾਰਡੀਸ ਵਿੱਚ ਪਹੁੰਚਿਆ। ਕਰਿਸਸ ਨੇ ਉਹਦਾ ਨਿੱਘਾ ਸਵਾਗਤ ਕੀਤਾ। ਬਾਦਸ਼ਾਹ ਨੇ ਉਹਨੂੰ ਆਪਣਾ ਬੇਅੰਤ ਖਜ਼ਾਨਾ ਅਤੇ ਸੱਜ ਧੱਜ ਦਾ ਸਾਰਾ ਸਾਜ਼ ਸਮਾਨ ਵਿਖਾਇਆ ਅਤੇ ਪੁੱਛਿਆ, ਮੈਂ ਤੇਰੀ ਵਿਦਵਤਾ ਅਤੇ ਸਮਝ ਦੀ
बड़ी उपमा सुनीए, तू बड़ी दुनिया वेखीए, की तू मैनू दस सकदा है कि इस दुनिया विच सब तो सुखी कौन है? बादशाह अपने आप नूं सब तो खुशकिस्मत समझदा सी, इसलिए ਉਹਦਾ विचार सी कि सलोन इस सवाल के उत्तर विच उसे दा नां ही लवेगा। पर सलोन ने उत्तर दिता, मेरे ख्याल विच एथन्स दा वसनीक टैलस दुनिया विच सब तो वध खुशनसीब है। बादशाह ने हैरान होकर पूछा, वो किवें? अगों सलोन ने उत्तर दिता, इसलिए कि ਉਹਦੇ अपने जमाने विच ਉਹਦਾ देश बड़ा खुशहाल सी। फिर उन्हें जिउंदे जी अपने पुत्रां पोतरिਆਂ ਨੂੰ ਵੱਧਦੇ फुलदे वेख्या। फिर ਉਹਦੀ मौत भी उतनी ही शानदार हुई जिन्नी कि ਉਹਦੀ जिंदगी शानदार सी। ਉਹਨੇ इलिनाइस ਦੀ लड़ाई विच अपने देश की रखिया लई बहादरी दे जोर विखांदिया शहीदी प्राप्त की। यह सुन के क्रीसस ने सलोन को पूछा कि टैलस तो दूजे नंबर ते वो किसनों खुशनसीब समझदा है। ਉਹਦਾ ख्याल सी कि वो इस बार जरूर क्रीसस का नाम लवेगा, पर सलोन ने उत्तर दिता, यूनान के शहर आरगोस के रहने वाले कलियोबिस के खाइटन। उन्हां पास गुजारे लिए चंगे पैसे सन। परमात्मा ने उन्होंने सोने ते बलवान शरीर दिते सन। एक बारी उन्हां दी माता नूं अरगोस विच देवी हीरा दे मंदिर विच मनाए जा रहे त्योहार ते पहुंचना सी। यह सफ़र उन्हें गड्डे द्वारा करना सी, पर उस दिन बल्द पैलियां विचों चिरके आए। इस डर दे मारे कि उन्हां दी माता नूं देर ना हो जाए, वो दोवें भरा गड्डे अगे जुत गए ते उन्होंने ऐन वेले सिर अपना गड्डा मंदिर सामने जा खड़ा किया। सारे लोगों ने वेख्या कि वो अपनी माता नूं कितना सत्कारदे हन। आरगोस के लोगों ने उन्हां दी सुंदर जवानी ते सरीरक बल की बड़ी तारीफ की ते उन्हां दी माता नूं बड़ा मान दिता, जिन्हां ने इहो जिहे आग्याकार अते जवान पुत्र पैदा किए सन। उन्हां दी माता ने भी देवी हीरा दे बुत सामने खड़े होकर अपने आग्याकार पुत्रां लई ऐसी बख्शिश मंगी जो उन्हां दे गुणां दे योग होवे। इस पिछों उन्हां ने भी देवी कोल बैठ के पूजा की ते खाना खा के उत्थे ही सौ गए। पर वो ऐसी नींद सुते कि फेर नहीं जागे। आरगोस के लोगों ने उन्होंने उत्तम मनुख समझ के उन्हां दीयां मूर्तियां बनाईयां जो उन्होंने डेल्फी के मंदिर विच रखियां। यह सुन के बादशाह क्रीसस ने बड़े क्रोध विच आके कहा, पर तू मेरी खुशकिस्मती नूं किस प्रकार की समझदा है कि वो तेरी नज़र विच सधारण आदमियों की किस्मत के तुल नहीं? सलोन ने उत्तर दिता, तुसां मैथों सवाल पूछया सी ते मैं अपने तजर्बे ते अकल अनुसार ठीक ठीक जवाब दिता है। मैं मनुख की औसत उम्र 70 साल गिनदा हाँ। इन्हां 70 सालों में तकरीबन 26,350 दिन हुंदे ने। हर दिन ऐसियां नवीं नवीं घटनावां हुंदियां रहिंदियां ने जिन्हां दा सानूं चेता भी नहीं हुंदा। इस तो साफ पता लगता है कि जीवन ते कोई भरोसा नहीं, ते भी नहीं पता हुंदा कि कल की हो जाना है। हजूर इस वेले बड़े धनवान ने, अनगिनत देशां ते राज करते हैं, पर जो सवाल हजूर ने मैथों पूछा है उसका जवाब तद ही मैं ठीक दे सकता हाँ जे मैनूं पता लग जाए कि हजूर के जीवन का अंत भी इस प्रकार का होवेगा। मेरी जाचे वो आदमी जिसनों पेट भर के जीवन मिल जाती, रोटी मिल जाती है, इतना ही खुश नसीब हो सकता है जिन्ना कि तुहाडे वर्गा एक विशाल राजपाट का मालिक, जेकर वो सारी उम्र ही मौज विच रहे। बेशक एक अमीर आदमी अपनी सब ख्वाहिशां पूरियां कर सकता है, दौलत के जोर औखे समय का टाकरा कर सकता है, उहदे सब अंग ठीक ठाक काम करते हैं तो बीमारी तो बचिया रहिंदा है, औलाद तो भी सुखी हुंदा है। इन्हां सब सुखां दे नाल जे उहदा अंत भी सोहना होए तां ही असीं उहनूं खुश नसीब कह सकांगे। ਇਹ सुख हर एक नूं नसीब नहीं हुंदे। कई वार रब सानूं केवल खुशी दी निरी झलक ही विखा के दुखां विच सुੱਟ दिंदा है, ते ऐन उस वेले जद असीं अपने आप नूं सुखी महसूस कर रहे हुंदे हां तां अचानक दुख सानूं आ घिरदे हन। वो विरले हुंदे हन जिन्हां दी किस्मत अखीर तक उन्हां दा साथ देवे। मैं केवल इस किस्म दे बंदियां नूं ही खुश नसीब समझदा हां। बादशाह सलोन दा ਇਹ कथन सुन के खुश ना होया, क्योंकि ਉਹਦਾ विचार सी कि किसी मनुख की खुश नसीबी का अंदाज़ा लाने लई ਉਹਦੀ वर्तमान खुशी का भी उतना ही ख्याल रखना चाहिए है जिन्ना कि ਉਹਦੇ अंतले समय की खुशी का। सलोन कुछ चिर उत्थे होर ठहर के उत्थों चला गया। बादशाह ने उस ते नाराज़ सी, इसलिए जान लग्या उन्हें सलोन नूं आदर सन्मान नाल विदा ना किता। सलोन दे जान तो जल्दी ही पिछों क्रीसस की किस्मत ने अचानक पलटा खाधा। ये शायद उन्होंने अपनी खुशकिस्मती ते घुमंड करन दी रब वल्लों सज़ा सी। उन्होंने सुपना आया कि ਉਹਦੇ दो पुत्रां विचों एक जिसका नाम एरिस सी ते जो बड़ा गुणवान सी, जल्दी ही किसी तिखे शस्त्र द्वारा मारिया जाएगा। बादशाह बड़ा घबराया।
ਉਹਨੇ ਜਲਦੀ ਨਾਲ ਐਰਿਸ ਦਾ ਵਿਆਹ ਕਰ ਦਿੱਤਾ ਤੇ ਹੁਕਮ ਦਿੱਤਾ ਕਿ ਉਹ ਅੱਗੇ ਤੋਂ ਫੌਜ ਨਾਲ ਕਿਸੇ ਲੜਾਈ ਵਿੱਚ ਨਾ ਜਾਏ ਤੇ ਨਾ ਹੀ ਮਹੱਲ ਵਿੱਚ ਉਹਦੇ ਲਾਗੇ ਤਾਗੇ ਕੋਈ ਤਿੱਖਾ ਹਥਿਆਰ ਰੱਖਿਆ ਜਾਏ। ਫਿਰ ਵੀ ਹੋਣੀ ਬੜੀ ਪ੍ਰਬਲ ਹੁੰਦੀ ਹੈ, ਉਹ ਹੋ ਕੇ ਹੀ ਰਹਿੰਦੀ ਹੈ। ਇਸ ਲਈ ਐਰਿਸ ਅਚਾਨਕ ਇੱਕ ਦੁਰਘਟਨਾ ਵੱਸ ਮਾਰਿਆ ਗਿਆ। ਉਸਦੀ ਮੌਤ ਦਾ ਕ੍ਰੀਸਸ ਦੇ ਦਿਲ ਨੂੰ ਸਖਤ ਧੱਕਾ ਲੱਗਾ। ਉੱਧਰ ਉਹਨੂੰ ਪਤਾ ਲੱਗਾ ਕਿ ਈਰਾਨ ਬੜੀ ਤਾਕਤ ਪਕੜ ਰਿਹਾ ਹੈ। ਇਸ ਖਤਰੇ ਨੂੰ ਰੋਕਣ ਲਈ ਉਹਨੇ ਦੇਸ਼ ਵਿਦੇਸ਼ ਦੇ ਮੰਨੇ ਪ੍ਰਮੰਨੇ ਜੋਤਸ਼ੀਆਂ ਦੀ ਸਲਾਹ ਲਈ। ਉਹਨੇ ਪੁੱਛਿਆ ਕਿ ਈਰਾਨ ਦੇ ਤਾਕਤ ਪਕੜਨ ਤੋਂ ਪਹਿਲਾਂ ਕੀ ਉਹਨੂੰ ਉਸ 'ਤੇ ਹੱਲਾ ਬੋਲ ਦੇਣਾ ਚਾਹੀਦਾ ਹੈ ਕਿ ਨਹੀਂ। ਜੋਤਸ਼ੀਆਂ ਦੀ ਸੱਚਾਈ ਨੂੰ ਪਰਖਣ ਲਈ ਉਹਨੇ ਆਪਣੇ ਦੂਤਾਂ ਨੂੰ ਕਿਹਾ ਕਿ ਉਹ ਸਭ ਜਣੇ ਅੱਜ ਤੋਂ 100ਵੇਂ ਦਿਨ ਦੁਪਹਿਰ ਵੇਲੇ ਵੱਖ-ਵੱਖ ਜੋਤਸ਼ੀਆਂ ਨੂੰ ਮਿਲਣ ਤੇ ਉਹਨਾਂ ਕੋਲੋਂ ਪੁੱਛਣ ਕਿ ਉਸ ਦਿਨ ਕ੍ਰੀਸਸ ਕੀ ਕਰ ਰਿਹਾ ਹੈ। ਜਿਸ ਦੀ ਇਹ ਗੱਲ ਠੀਕ ਨਿਕਲੇਗੀ ਉਹਦੀ ਸਲਾਹ 'ਤੇ ਚੱਲਿਆ ਜਾਏਗਾ। ਇਸ ਪਰਖ 'ਤੇ ਕੇਵਲ ਡੈਲਫੀ ਦੀ ਪੁਜਾਰਨ ਹੀ ਠੀਕ ਉਤਰੀ। ਉਹਨੇ ਇਹ ਸਲਾਹ ਦਿੱਤੀ, ਈਰਾਨ ਦੇ ਤਖਤ 'ਤੇ ਬੈਠੀ ਖੱਚਰ ਤੋਂ ਸਿਵਾ ਤੈਨੂੰ ਹੋਰ ਕੋਈ ਵੀ ਹਰਾ ਨਹੀਂ ਸਕੇਗਾ। ਖੱਚਰ ਦਾ ਭਾਵ ਸੀ ਉਹ ਮਨੁੱਖ ਜਿਸ ਦਾ ਪਿਤਾ ਕਿਸੇ ਹੋਰ ਕੌਮ ਦਾ ਹੋਵੇ ਤੇ ਮਾਤਾ ਕਿਸੇ ਹੋਰ ਕੌਮ ਦੀ। ਪਰ ਕ੍ਰੀਸਸ ਨੇ ਖੱਚਰ ਦਾ ਲਫ਼ਜ਼ੀ ਅਰਥ ਹੀ ਲਿਆ ਤੇ ਉਹਨੇ ਇਹ ਨਾਮੁਮਕਿਨ ਸਮਝਿਆ ਕਿ ਕੋਈ ਖੱਚਰ ਤਖਤ 'ਤੇ ਬੈਠ ਕੇ ਰਾਜ ਕਰ ਸਕੇ। ਇਸ ਦਾ ਭਾਵ ਉਹਨੇ ਇਹ ਸਮਝਿਆ ਕਿ ਡੈਲਫੀ ਦੀ ਪੁਜਾਰਨ ਨੇ ਉਹਨੂੰ ਈਰਾਨ 'ਤੇ ਹਮਲਾ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਸੋ ਕਈ ਮਹੀਨਿਆਂ ਦੀ ਤਿਆਰੀ ਪਿੱਛੋਂ ਕ੍ਰੀਸਸ ਨੇ ਈਰਾਨ 'ਤੇ ਚੜ੍ਹਾਈ ਕਰ ਦਿੱਤੀ। ਉਹਨੂੰ ਪੂਰਾ ਯਕੀਨ ਸੀ ਕਿ ਉਹ ਈਰਾਨ ਦੇ ਬਾਦਸ਼ਾਹ ਸਾਇਰਸ ਨੂੰ ਤਕੜੀ ਹਾਰ ਦੇਵੇਗਾ। ਸਾਇਰਸ ਨੂੰ ਪਤਾ ਸੀ ਕਿ ਕ੍ਰੀਸਸ ਦੀ ਘੋੜਸਵਾਰ ਸੈਨਾ ਬੜੀ ਤਕੜੀ ਹੈ। ਇਸ ਘੋੜਸਵਾਰ ਸੈਨਾ ਦਾ ਟੱਕਰਾ ਕਰਨ ਲਈ ਉਹਨੇ ਇੱਕ ਤਰਕੀਬ ਸੋਚੀ। ਉਹਨੇ ਬਹੁਤ ਸਾਰੇ ਊਂਠ ਇਕੱਠੇ ਕੀਤੇ ਤੇ ਉਹਨਾਂ 'ਤੇ ਸਨਿਕ ਬਿਠਾ ਕੇ ਆਪਣੀ ਫੌਜ ਅੱਗੇ ਲਾ ਦਿੱਤੇ ਤੇ ਹੁਕਮ ਦਿੱਤਾ ਕਿ ਬੇਪਨਾਹ ਹੱਲਾ ਬੋਲ ਕੇ ਕ੍ਰੀਸਸ ਦੀ ਸੈਨਾ ਨੂੰ ਲੱਕ ਤੋੜਵੀਂ ਹਾਰ ਦਿੱਤੀ ਜਾਏ ਤੇ ਕ੍ਰੀਸਸ ਨੂੰ ਹਰ ਹੀਲੇ ਜਿਉਂਦਿਆਂ ਪਕੜ ਲਿਆ ਜਾਏ। ਸਾਇਰਸ ਦਾ ਊਂਠਾਂ ਨੂੰ ਅੱਗੇ ਲਾਉਣ ਦਾ ਭਾਵ ਇਹ ਸੀ ਕਿ ਘੋੜੇ ਆਮ ਤੌਰ 'ਤੇ ਊਂਠਾਂ ਕੋਲੋਂ ਡਰਦੇ ਹਨ ਤੇ ਊਂਠਾਂ ਨੂੰ ਵੇਖ ਕੇ ਕ੍ਰੀਸਸ ਦੇ ਘੋੜੇ ਨੱਸ ਉੱਠਣਗੇ। ਗੱਲ ਵੀ ਇਸੇ ਤਰ੍ਹਾਂ ਹੋਈ। ਊਂਠਾਂ ਨੂੰ ਵੇਖਦੇ ਹੀ ਘੋੜੇ ਤਿੱਤਰ ਬਿੱਤਰ ਹੋ ਗਏ। ਫਿਰ ਵੀ ਘੋੜਸਵਾਰ ਘੋੜਿਆਂ ਤੋਂ ਛਾਲਾਂ ਮਾਰ ਕੇ ਥੱਲੇ ਉਤਰ ਆਏ ਤੇ ਬੜੀ ਜਵਾਨ ਮਰਦੀ ਨਾਲ ਸਾਇਰਸ ਦਾ ਮੁਕਾਬਲਾ ਕਰਦੇ ਰਹੇ। ਪਰ ਬਹੁਤ ਜ਼ਿਆਦਾ ਨੁਕਸਾਨ ਉਠਾਉਣ ਕਰਕੇ ਉਹਨਾਂ ਨੂੰ ਮਜਬੂਰਨ ਸ਼ਹਿਰ ਦੀ ਚਾਰ ਦੀਵਾਰੀ ਅੰਦਰ ਜਾ ਕੇ ਪਨਾਹ ਲੈਣੀ ਪਈ। ਈਰਾਨੀਆਂ ਨੇ ਸ਼ਹਿਰ ਦਾ ਘੇਰਾ ਕੱਤ ਲਿਆ। ਕ੍ਰੀਸਸ ਨੂੰ ਪਤਾ ਸੀ ਕਿ ਉਹਦੀਆਂ ਫੌਜਾਂ ਬਹੁਤ ਦੇਰ ਤੱਕ ਮੁਕਾਬਲਾ ਨਹੀਂ ਕਰ ਸਕਣਗੀਆਂ। ਇਸ ਲਈ ਉਹਨੇ ਆਪਣੇ ਦੋ ਦੋਸਤ ਦੇਸਾਂ ਸਪਾਰਟਾ ਤੇ ਆਰਗੋਸ ਨੂੰ ਸਹਾਇਤਾ ਲਈ ਲਿਖ ਭੇਜਿਆ। ਉਹਨੂੰ ਯਕੀਨ ਸੀ ਕਿ ਇਹ ਸਹਾਇਤਾ ਲੜਾਈ ਦਾ ਰੁਖ ਬਦਲ ਦੇਵੇਗੀ। ਪਰ ਬਦਕਿਸਮਤੀ ਨਾਲ ਉਨੀ ਦਿਨੀ ਸਪਾਰਟਾ ਤੇ ਆਰਗੋਸ ਦਾ ਇੱਕ ਥਾਂ ਬਦਲੇ ਜਿਸ ਦਾ ਨਾਂ ਥੀਰੀਆ ਸੀ ਆਪਸ ਵਿੱਚ ਝਗੜਾ ਹੋ ਗਿਆ ਸੀ ਤੇ ਦੋਹਾਂ ਦੀਆਂ ਫੌਜਾਂ ਰਣਭੂਮੀ ਵਿੱਚ ਲੜਾਈ ਲਈ ਡਟੀਆਂ ਹੋਈਆਂ ਸਨ। ਪਰ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਫੈਸਲਾ ਹੋ ਗਿਆ ਕਿ ਸਾਰੀ ਫੌਜ ਦੀ ਬਜਾਏ ਦੋਹਾਂ ਫੌਜਾਂ ਦੇ 394 ਸੂਰਮੇ ਲੜ ਕੇ ਇਸ ਗੱਲ ਦਾ ਨਿਰਣਾ ਕਰ ਲੈਣ ਕਿ ਥੀਰੀਆ ਆਰਗੋਸ ਵਾਲਿਆਂ ਵੱਲ ਪਾਸ ਰਹੇ ਜਾਂ ਸਪਾਰਟਾ ਵਾਲਿਆਂ ਪਾਸ ਤੇ ਬਾਕੀ ਫੌਜਾਂ ਘਰੋਂ ਘਰੀ ਮੁੜ ਜਾਣ ਤਾਂ ਜੋ ਇੱਕ ਧੜੇ ਨੂੰ ਹਾਰਦਿਆਂ ਵੇਖ ਕੇ ਲੜਾਈ ਵਿੱਚ ਕੁੱਦ ਨਾ ਪੈਣ। ਦੋਹਾਂ ਪਾਸਿਆਂ ਦੇ ਸੂਰਮਿਆਂ ਵਿੱਚ ਘਮਸਾਨ ਦਾ ਯੁੱਧ ਹੋਇਆ। ਜਦ ਰਾਤ ਪੈਣ ਤੇ ਲੜਾਈ ਬੰਦ ਹੋਈ ਤਾਂ 600 ਜਵਾਨਾਂ ਵਿੱਚੋਂ ਕੇਵਲ 3 ਹੀ ਜਿਉਂਦੇ ਬਚੇ, 2 ਆਰਗੋਸ ਦੇ ਤੇ 1 ਸਪਾਰਟਾ ਦਾ। ਆਰਗੋਸ ਦੇ ਦੋਵੇਂ ਸੂਰਮੇ ਆਪਣੇ ਪਾਸੇ ਨੂੰ ਜਿੱਤ ਗਿਆ ਸਮਝ ਕੇ ਆਰਗੋਸ ਵੱਲ ਵਾਪਸ ਚਲੇ ਗਏ। ਉਧਰ ਸਪਾਰਟਾ ਦਾ ਸੂਰਮਾ ਆਰਗੋਸ ਦੇ ਸ਼ਹੀਦ ਹੋਏ ਸਿਪਾਹੀਆਂ ਦੇ ਸ਼ਸਤਰ ਲਾ ਕੇ ਆਪਣੀ ਫੌਜ ਨਾਲ ਆ ਰਲਿਆ। ਅਗਲੇ ਦਿਨ ਦੋਵੇਂ ਫੌਜਾਂ ਇਹ ਪੱਕਾ ਕਰਨ ਲਈ ਕਿ ਜਿੱਤ ਕਿਸ ਦੀ ਹੋਈ ਹੈ ਰਣਭੂਮੀ ਵੱਲ ਆਈਆਂ। ਆਰਗੋਸ ਵਾਲੇ ਰੌਲਾ ਪਾਉਣ ਲੱਗੇ ਕਿ ਜਿੱਤ ਉਹਨਾਂ ਦੀ ਹੋਈ ਹੈ ਕਿਉਂਕਿ ਉਹਨਾਂ ਦੇ ਬਚ ਗਏ ਸਿਪਾਹੀਆਂ ਦੀ ਗਿਣਤੀ ਜ਼ਿਆਦਾ ਹੈ। ਉਧਰ ਸਪਾਰਟਾ ਵਾਲੇ ਆਪਣੀ ਜਿੱਤ ਦੇ ਡੰਕੇ ਵਜਾਉਣ ਲੱਗੇ ਕਿਉਂਕਿ ਉਹਨਾਂ ਦਾ ਸੂਰਮਾ ਅਖੀਰ ਤੱਕ ਮੈਦਾਨ ਵਿੱਚ ਰਿਹਾ ਸੀ। ਗੁੱਸੇ ਵਿੱਚ ਆ ਕੇ ਦੋਵੇਂ ਫੌਜਾਂ ਇੱਕ ਦੂਜੇ ਤੇ ਟੁੱਟ ਪਈਆਂ ਤੇ ਘਮਸਾਨ ਦੀ ਲੜਾਈ ਹੋਈ ਜਿਸ ਵਿੱਚ ਆਖਰ ਜਿੱਤ ਸਪਾਰਟਾ ਵਾਲਿਆਂ ਦੀ ਹੋਈ। ਇਸ ਤੇ ਆਰਗੋਸ ਵਾਲਿਆਂ ਨੇ ਜੋ ਪਹਿਲਾਂ ਆਪਣੇ ਵਾਲ ਨਹੀਂ ਸਨ ਕਟਾਉਂਦੇ ਇਹ ਕਾਨੂੰਨ ਬਣਾਇਆ ਕਿ ਜਦ ਤੱਕ ਉਹ ਥੀਰੀਆ ਦਾ ਸ਼ਹਿਰ ਵਾਪਸ ਨਾ ਲੈ ਲੈਣ ਉਹ ਨਾ ਤਾਂ ਆਪਣੇ ਸਿਰ ਤੇ ਵਾਲ ਰੱਖਣਗੇ ਤੇ ਨਾ ਹੀ ਆਪਣੀਆਂ ਔਰਤਾਂ ਨੂੰ ਮੁੜ ਸੋਨੇ ਦੇ ਗਹਿਣੇ ਪਾਉਣ ਦੀ ਆਗਿਆ ਦੇਣਗੇ। ਉਧਰ ਸਪਾਰਟਾ ਵਾਲਿਆਂ ਨੇ ਜੋ ਆਪਣੇ ਵਾਲ ਕਟਾ ਲੈਂਦੇ ਸਨ ਇਸ ਦੇ ਉਲਟ ਇਹ ਕਾਨੂੰਨ ਬਣਾਇਆ ਕਿ ਉਹ ਅੱਗੇ ਤੋਂ ਆਪਣੇ ਵਾਲ ਨਹੀਂ ਕਟਾਉਣਗੇ। ਜਦ ਕ੍ਰੀਸਸ ਦਾ ਦੂਤ ਸਪਾਰਟਾ ਵਾਲਿਆਂ ਪਾਸ ਸਹਾਇਤਾ ਲਈ ਆਇਆ ਤਾਂ ਭਾਵੇਂ ਉਹ ਇਹਨਾਂ ਝਗੜਿਆਂ ਵਿੱਚ ਪਏ ਹੋਏ ਸਨ ਫਿਰ ਵੀ ਉਹਨਾਂ ਨੇ ਆਪਣੇ ਮਿੱਤਰ ਦੀ ਸਹਾਇਤਾ ਲਈ ਇੱਕ 54ਵਾਂ ਫੌਜੀ ਦਸਤਾ ਭੇਜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਜਦ ਤਿਆਰੀ ਮੁਕੰਮਲ ਹੋ ਗਈ ਤਾਂ ਅਚਾਨਕ ਉਹਨਾਂ ਨੂੰ ਖਬਰ ਮਿਲੀ ਕਿ ਈਰਾਨੀਆਂ ਨੇ ਕ੍ਰੀਸਸ 'ਤੇ ਜਿੱਤ ਪ੍ਰਾਪਤ ਕਰਨ ਪਿੱਛੋਂ ਉਸ ਨੂੰ ਕੈਦ ਕਰ ਲਿਆ ਹੈ। ਸਪਾਰਟਾ ਵਾਲਿਆਂ ਨੇ ਕ੍ਰੀਸਸ ਦੀ ਹਾਰ 'ਤੇ ਬੜਾ ਦੁੱਖ ਹੋਇਆ ਤੇ ਉਹਨਾਂ ਨੇ ਸਹਾਇਤਾ ਲਈ ਤਿਆਰੀਆਂ ਬੰਦ ਕਰ ਦਿੱਤੀਆਂ। ਕ੍ਰੀਸਸ ਕਿਵੇਂ ਹਾਰਿਆ? ਗੱਲ ਇੰਜ ਹੋਈ ਕਿ ਘੇਰਾ ਕੱਤਣ ਦੇ 14ਵੇਂ ਦਿਨ
ਸਾਇਰਸ ਨੇ ਇਹ ਐਲਾਨ ਕੀਤਾ ਕਿ ਜਿਹੜਾ ਯੋਧਾ ਸ਼ਹਿਰ ਦੀ ਫਸੀਲ ਟੱਪ ਲਵੇ ਉਹਨੂੰ ਇਹ ਵੱਡਾ ਤੋਹਫਾ ਦਿੱਤਾ ਜਾਏਗਾ। ਇਸ 'ਤੇ ਸਾਇਰਸ ਦੀ ਫੌਜ ਵਿੱਚ ਹੀਰੋਡੀਜ਼ ਨਾਂ ਦੇ ਇੱਕ ਯੋਧੇ ਨੇ ਫਸੀਲ ਦੇ ਉਸ ਹਿੱਸੇ ਰਾਹੀਂ ਚੜ੍ਹਨ ਦਾ ਫੈਸਲਾ ਕਰਤਾ ਜੋ ਚੜ੍ਹਾਈ ਲਈ ਇਤਨਾ ਕਠਿਨ ਸੀ ਕਿ ਕ੍ਰੀਸਸ ਨੇ ਉੱਥੇ ਗਾਰਦ ਰੱਖਣ ਦੀ ਲੋੜ ਹੀ ਨਹੀਂ ਸੀ ਸਮਝੀ। ਕਹਿੰਦੇ ਹਨ ਕਿ ਕ੍ਰੀਸਸ ਦੇ ਕਿਸੇ ਵੱਡੇ ਵਡੇਰੇ ਨੇ ਦੇ ਘਰ ਬੱਬਰ ਸ਼ੇਰ ਨੇ ਜਨਮ ਲਿਆ ਸੀ ਅਤੇ ਭਵਿੱਖਬਾਣੀ ਕੀਤੀ ਸੀ ਕਿ ਫਸੀਲ ਦੇ ਜਿਸ ਹਿੱਸੇ 'ਤੇ ਉਹ ਬੱਬਰ ਸ਼ੇਰ ਨੂੰ ਫੇਰਿਆ ਜਾਏਗਾ ਉਸ ਥਾਂ ਤੋਂ ਕੋਈ ਵੈਰੀ ਅੰਦਰ ਨਹੀਂ ਆ ਸਕੇਗਾ। ਕਹਿੰਦੇ ਹਨ ਕਿ ਉਸ ਬਾਦਸ਼ਾਹ ਨੇ ਇਹ ਹਿੱਸਾ ਮਜ਼ਬੂਤ ਅਤੇ ਅਜਿੱਤ ਸਮਝ ਕੇ ਸ਼ੇਰ ਨੂੰ ਇੱਥੇ ਨਹੀਂ ਸੀ ਫੇਰਿਆ। ਹੀਰੋਡੀਜ਼ ਨੇ ਇਸ ਥਾਂ ਦੇ ਗਿਰਦ ਚੱਕਰ ਕੱਟਦਿਆਂ ਵੇਖਿਆ ਕਿ ਕ੍ਰੀਸਸ ਦਾ ਇੱਕ ਸੈਨਿਕ ਜਿਸ ਦੀ ਟੋਪੀ ਉਸ ਚਟਾਨ ਤੋਂ ਥੱਲੇ ਡਿੱਗ ਪਈ ਸੀ ਥੱਲੇ ਲਮਕ ਕੇ ਉਸ ਟੋਪੀ ਨੂੰ ਵਾਪਸ ਚੁੱਕ ਕੇ ਲੈ ਗਿਆ ਸੀ। ਇਸੇ ਥਾਂ ਤੋਂ ਹੀਰੋਡੀਜ਼ ਉੱਪਰ ਚੜ੍ਹ ਗਿਆ। ਹੋਰ ਅਣਗਿਣਤ ਇਰਾਨੀ ਵੀ ਉਸ ਦੇ ਮਗਰ ਚੜ੍ਹ ਗਏ ਅਤੇ ਸ਼ਹਿਰ ਨੂੰ ਕਾਬੂ ਕਰਕੇ ਉਸ ਵਿੱਚ ਖੂਬ ਕੱਟ ਵੱਢ ਕੀਤੀ। ਕ੍ਰੀਸਸ ਇੱਕ ਇਰਾਨੀ ਸਿਪਾਹੀ ਦੇ ਹੱਥ ਆ ਗਿਆ ਅਤੇ ਉਹ ਉਹਨੂੰ ਜਾਨੋਂ ਮਾਰਨ ਹੀ ਲੱਗਾ ਸੀ ਕਿ ਕ੍ਰੀਸਸ ਦਾ ਉਹ ਲੜਕਾ ਜਿਹੜਾ ਗੂੰਗਾ ਤੇ ਬੋਲਾ ਸੀ ਡਰ ਅਤੇ ਘਬਰਾਹਟ ਦੇ ਕਾਰਨ ਆਪਣੇ ਪਿਤਾ ਨੂੰ ਬਚਾਉਣ ਲਈ ਅਚਾਨਕ ਬੋਲ ਉੱਠਿਆ, ਇਹ ਬਾਦਸ਼ਾਹ ਕ੍ਰੀਸਸ ਏ, ਇਹਨੂੰ ਨਾ ਮਾਰਨਾ। ਇਸ ਤੋਂ ਪਿੱਛੋਂ ਉਹਦੀ ਬੋਲਣ ਸ਼ਕਤੀ ਜਿਸ ਤੋਂ ਜਨਮ ਤੋਂ ਹੀ ਵਾਂਝਿਆ ਸੀ ਸਦਾ ਲਈ ਕਾਇਮ ਰਹੀ। ਕ੍ਰੀਸਸ ਨੇ ਉਹਦੀ ਬੋਲਣ ਸ਼ਕਤੀ ਨੂੰ ਬਹਾਲ ਕਰਨ ਲਈ ਬੜੇ ਯਤਨ ਕੀਤੇ ਸਨ, ਪਰ ਜੋਤਸ਼ੀਆਂ ਨੇ ਦੱਸਿਆ ਸੀ ਕਿ ਉਹਦੇ ਲੜਕੇ ਦੀ ਬੋਲਣ ਸ਼ਕਤੀ ਬਹਾਲ ਹੋਣ ਨਾਲ ਹੀ ਬਾਦਸ਼ਾਹ ਨੂੰ ਆਪਣੇ ਰਾਜਪਾਟ ਤੋਂ ਹੱਥ ਧੋਣੇ ਪੈਣਗੇ। ਇਸ ਤਰ੍ਹਾਂ 14 ਸਾਲ ਰਾਜ ਕਰਨ ਪਿੱਛੋਂ ਕ੍ਰੀਸਸ ਵੈਰੀ ਦੇ ਹੱਥ ਆ ਗਿਆ। ਡੈਲਫੀ ਦੀ ਪੁਜਾਰਨ ਦੀ ਪੇਸ਼ੇਨਗੋਈ ਵੀ ਠੀਕ ਹੋ ਗਈ, ਜਿਸ ਵਿੱਚ ਉਸਨੇ ਦੱਸਿਆ ਕਿ ਕ੍ਰੀਸਸ ਇੱਕ ਵੱਡੇ ਰਾਜ ਨੂੰ ਨਸ਼ਟ ਕਰੇਗਾ। ਇਹ ਵੱਡਾ ਰਾਜ ਜੋ ਉਹਨੇ ਨਸ਼ਟ ਕੀਤਾ ਉਹਦਾ ਆਪਣਾ ਰਾਜ ਹੀ ਸੀ। ਕ੍ਰੀਸਸ ਨੂੰ ਹੱਥ ਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਸਾਇਰਸ ਸਾਹਮਣੇ ਲਿਆਂਦਾ ਗਿਆ। ਸਾਇਰਸ ਨੇ ਇੱਕ ਵੱਡੀ ਸਾਰੀ ਚਿਖਾ ਬਣਵਾਈ ਜਿਸ 'ਤੇ ਕ੍ਰੀਸਸ ਅਤੇ ਉਹਦੇ 14 ਹੋਰ ਸਾਥੀਆਂ ਨੂੰ ਅੱਗ ਦੀ ਭੇਟ ਕਰਨ ਲਈ ਖੜਿਆਂ ਕਰ ਦਿੱਤਾ ਗਿਆ। ਸਾਇਰਸ ਨੇ ਸੁਣਿਆ ਹੋਇਆ ਸੀ ਕਿ ਕ੍ਰੀਸਸ ਬੜਾ ਧਰਮਾਤਮਾ ਬੰਦਾ ਹੈ ਅਤੇ ਉਹ ਵੇਖਣਾ ਚਾਹੁੰਦਾ ਸੀ ਕਿ ਇਹ ਚਾਲ ਠੀਕ ਹੈ ਜਾਂ ਗਲਤ। ਉਹਦਾ ਵਿਚਾਰ ਸੀ ਕਿ ਜੇ ਇਹ ਗੱਲ ਠੀਕ ਹੋਈ ਤਾਂ ਦੇਵਤੇ ਜ਼ਰੂਰ ਉਹਦੀ ਰੱਖਿਆ ਕਰਨਗੇ ਅਤੇ ਉਹਨੂੰ ਜਿਉਂਦਿਆਂ ਸੜਨ ਤੋਂ ਬਚਾ ਲੈਣਗੇ। ਜਦ ਕ੍ਰੀਸਸ ਆਪਣੀ ਕਿਸਮਤ ਦੇ ਇਸ ਅਚਾਨਕ ਪਲਟੇ 'ਤੇ ਬੜੇ ਦੁਖੀ ਦਿਲ ਨਾਲ ਵਿਚਾਰ ਕਰ ਰਿਹਾ ਸੀ ਤਾਂ ਅਚਾਨਕ ਉਹਨੂੰ ਸਲੋਨ ਦੀ ਇੱਕ ਕਹੀ ਹੋਈ ਗੱਲ ਯਾਦ ਆਏਗੀ ਕਿ ਕਿਸੇ ਵੀ ਮਨੁੱਖ ਨੂੰ ਕਿਸਮਤ ਸਦਾ ਸਾਥ ਨਹੀਂ ਦਿੰਦੀ। ਇਹ ਕਹਿ ਕੇ ਉਹਨੇ ਇੱਕ ਡੂੰਘਾ ਹੌਕਾ ਲਿਆ ਅਤੇ ਉਹਦੀਆਂ ਅੱਖਾਂ ਭਰ ਆਈਆਂ। ਸਾਇਰਸ ਦੇ ਆਦਮੀਆਂ ਨੇ ਕ੍ਰੀਸਸ ਤੋਂ ਇਸ ਦਾ ਕਾਰਨ ਪੁੱਛਿਆ। ਪਹਿਲਾਂ ਤਾਂ ਉਹ ਚੁੱਪ ਰਿਹਾ, ਪਰ ਮਜਬੂਰ ਕਰਨ 'ਤੇ ਉਸਨੇ ਦੱਸਿਆ, ਮੈਂ ਆਪਣੇ ਰਾਜਪਾਟ 'ਤੇ ਬੜਾ ਮਾਣ ਕਰਦਾ ਸੀ, ਪਰ ਯੂਨਾਨ ਦੇ ਫਿਲਾਸਫਰ ਸਲੋਨ ਨੇ ਕਿਹਾ ਸੀ ਕਿ ਜੋ ਲੋਕ ਦੁਨਿਆਵੀ ਸ਼ਾਨ ਸ਼ੌਕਤ 'ਤੇ ਮਾਣ ਕਰਦੇ ਨੇ ਉਹ ਮੂਰਖ ਹੁੰਦੇ ਨੇ, ਕਿਉਂਕਿ ਇਹ ਚੀਜ਼ਾਂ ਸਦਾ ਸਾਥ ਨਹੀਂ ਦਿੰਦੀਆਂ। ਇਹ ਗੱਲ ਬਿਲਕੁਲ ਠੀਕ ਨਿਕਲੀ ਏ। ਇਹ ਇੱਕ ਆਦਮੀ 'ਤੇ ਨਹੀਂ ਬਲਕਿ ਸਭ ਮਨੁੱਖ ਜਾਤੀ 'ਤੇ ਬਰਾਬਰ ਟੁੱਕਦੀ ਹੈ। ਇਤਨੇ ਚਿੰਨ੍ਹ ਵਿੱਚ ਲੱਕੜੀਆਂ ਨੂੰ ਅੱਗ ਲਾ ਦਿੱਤੀ ਗਈ ਸੀ ਅਤੇ ਚਿਖਾ ਦੇ ਬਾਹਰਲੇ ਪਾਸੇ ਭਾਂਬੜ ਮੱਚ ਗਏ ਸਨ। ਪਰ ਜਦ ਸਾਇਰਸ ਦੇ ਆਦਮੀਆਂ ਨੇ ਆਪਣੇ ਮਾਲਕ ਨੂੰ ਕ੍ਰੀਸਸ ਦੀ ਕਹੀ ਗੱਲ ਯਾਦ ਦੱਸੀ ਤਾਂ ਇਸ ਦਾ ਉਹਦੇ ਮਨ 'ਤੇ ਬੜਾ ਡੂੰਘਾ ਅਸਰ ਹੋਇਆ। ਉਹ ਡਰ ਗਿਆ ਕਿ ਜਿਵੇਂ ਕਿਸਮਤ ਨੇ ਕ੍ਰੀਸਸ ਦਾ ਸਾਥ ਨਹੀਂ ਦਿੱਤਾ, ਇਸੇ ਤਰ੍ਹਾਂ ਹੋ ਸਕਦਾ ਹੈ ਕਿ ਕਿਸਮਤ ਉਹਨੂੰ ਵੀ ਧੋਖਾ ਦੇ ਜਾਵੇ। ਬਦਲੇ ਤੋਂ ਡਰਦਿਆਂ ਉਹਨੇ ਅੱਗ ਨੂੰ ਬੁਝਾਉਣ ਦਾ ਹੁਕਮ ਦਿੱਤਾ, ਪਰ ਅੱਗ ਇਤਨੀ ਤੇਜ਼ ਹੋ ਚੁੱਕੀ ਸੀ ਕਿ ਉਹਦਾ ਬੁਝਾਉਣਾ ਨਾਮੁਮਕਿਨ ਹੋ ਗਿਆ ਸੀ। ਜਦ ਕ੍ਰੀਸਸ ਨੇ ਵੇਖਿਆ ਕਿ ਸਾਇਰਸ ਉਸ 'ਤੇ ਤਰਸ ਖਾ ਕੇ ਉਹਨੂੰ ਬਚਾਉਣ ਦਾ ਯਤਨ ਕਰ ਰਿਹਾ ਹੈ ਤਾਂ ਉਹਨੇ ਬੜੀ ਉੱਚੀ ਆਵਾਜ਼ ਵਿੱਚ ਦੇਵਤੇ ਅਪੋਲੋ ਨੂੰ ਪ੍ਰਾਰਥਨਾ ਕੀਤੀ, ਹੇ ਅਪੋਲੋ, ਜੇ ਆਪਣੀ ਖੁਸ਼ਨਸੀਬੀ ਦੇ ਦਿਨਾਂ ਵਿੱਚ ਤੁਹਾਡੀ ਸੱਚੇ ਦਿਲ ਨਾਲ ਪੂਜਾ ਕਰਦਾ ਰਿਹਾ ਹਾਂ ਤਾਂ ਤੁਸੀਂ ਮੈਨੂੰ ਇਸ ਖਤਰੇ ਤੋਂ ਬਚਾ ਲਓ। ਇਸ ਤੋਂ ਪਹਿਲਾਂ ਆਕਾਸ਼ ਬਿਲਕੁਲ ਨਿਤਰਿਆ ਹੋਇਆ ਸੀ, ਪਰ ਜਿਵੇਂ ਹੀ ਕ੍ਰੀਸਸ ਨੇ ਪ੍ਰਾਰਥਨਾ ਕੀਤੀ ਤਾਂ ਆਕਾਸ਼ 'ਤੇ ਕਾਲੀ ਘਟਾ ਛਾ ਗਈ ਅਤੇ ਦਵਾ ਦਵ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਦੇਖਦੇ ਦੇਖਦੇ ਹੀ ਅੱਗ ਬੁਝ ਗਈ। ਇਹ ਪ੍ਰਤੱਖ ਕੌਤਕ ਵੇਖ ਕੇ ਸਾਇਰਸ ਨੂੰ ਪੂਰਾ ਯਕੀਨ ਹੋ ਗਿਆ ਕਿ ਕ੍ਰੀਸਸ ਨੇਕ ਆਦਮੀ ਹੈ। ਉਹਨੇ ਕ੍ਰੀਸਸ ਨੂੰ ਪੁੱਛਿਆ, ਕ੍ਰੀਸਸ ਤੂੰ ਇਤਨਾ ਨੇਕ ਆਦਮੀ ਹੈ, ਪਰ ਇਹ ਦੱਸ ਕਿ ਬੈਠੇ ਬਿਠਾਏ ਤੈਨੂੰ ਇਹ ਕੀ ਚਾਅ ਕੁੱਦਿਆ ਕਿ ਤੂੰ ਮੇਰੇ 'ਤੇ ਚੜ੍ਹਾਈ ਕਰ ਦਿੱਤੀ, ਜਿਸ ਕਾਰਨ ਤੈਨੂੰ ਇਹ ਦਿਨ ਦੇਖਣਾ ਨਸੀਬ ਹੋਇਆ। ਕ੍ਰੀਸਸ ਨੇ ਉੱਤਰ ਦਿੱਤਾ, ਇਸ ਦਾ ਸਾਰਾ ਕਸੂਰ ਯੂਨਾਨੀਆਂ ਦੇ ਦੇਵਤੇ ਅਪੋਲੋ ਦਾ ਹੈ, ਨਹੀਂ ਤੇ ਉਹ ਮੂਰਖ ਹੀ ਹੈ ਜੋ ਖਾਮਖਾ ਲੜਾਈ ਮੁੱਲ ਲੈਣੀ ਚਾਹੇ। ਇਹ ਸਭ ਕਾਰਸਤਾਨੀ ਦੇਵਤਿਆਂ ਦੀ ਹੈ। ਇਸ 'ਤੇ ਸਾਇਰਸ ਨੇ ਕ੍ਰੀਸਸ ਦੀਆਂ ਬੇੜੀਆਂ ਲਾਉਣ ਦਾ ਹੁਕਮ ਦਿੱਤਾ ਅਤੇ ਉਸਨੂੰ ਤਖਤ 'ਤੇ ਆਪਣੇ ਪਾਸ ਹੀ ਬੈਠਣ ਦਾ ਮਾਣ ਦਿੱਤਾ। ਕ੍ਰੀਸਸ ਚੁੱਪਚਾਪ ਸੋਚ ਵਿੱਚ ਡੁੱਬਾ ਉਸੇ ਤਰ੍ਹਾਂ ਬੈਠਾ ਰਿਹਾ। ਕੁਝ ਚਿਰ ਪਿੱਛੋਂ ਜਦ ਉਹਦੀ ਨਜ਼ਰ ਦੂਰ ਸ਼ਹਿਰ ਦੀ ਲੁੱਟਮਾਰ ਕਰ ਰਹੇ ਈਰਾਨੀ ਸਿਪਾਹੀਆਂ 'ਤੇ ਪਈ ਤਾਂ ਉਹਨੇ ਸਾਇਰਸ ਨੂੰ ਕਿਹਾ, ਸਾਇਰਸ, ਮੇਰੇ ਮਨ ਵਿੱਚ ਇੱਕ ਗੱਲ ਆਈ ਏ, ਦੱਸ ਕਹਾਂ ਕਿ ਨਾ? ਸਾਇਰਸ ਨੇ ਉੱਤਰ ਦਿੱਤਾ, ਤੈਨੂੰ ਪੂਰੀ ਖੁੱਲ੍ਹ ਹੈ, ਜੋ ਜੀ ਚਾਹੇ ਕਹਿ। ਇਸ 'ਤੇ ਕ੍ਰੀਸਸ ਨੇ ਸਾਇਰਸ ਨੂੰ ਸਵਾਲ ਕੀਤਾ, ਉਹ ਦੂਰ ਤੇਰੇ ਸਿਪਾਹੀ ਸ਼ਹਿਰ ਵਿੱਚ ਕੀ ਕਰ ਰਹੇ ਨੇ? ਉਹਨੇ ਉੱਤਰ ਦਿੱਤਾ,
तेरी सब दौलत लुट के लै जा रहे ने। क्रीसस ने अगों कहा, राजा हुण ये दौलत मेरी नहीं तेरी है। इस गल की सच्चाई साइरस के मन ते लगी तो बाकी दरबारियां नूं छुट्टी दे के क्रीसस नूं एक बन्ने ले जाके कहन लगा, तां दस फिर की करना चाहिए है। क्रीसस ने उत्तर दिता, देवतिਆਂ ने मैनूं तुहाडा गुलाम बना दिता है ते एक गुलाम का फर्ज है कि अपने मालिक नूं हमेशा नेक सलाह देवे। ईरानी लोग जो तुहाडी प्रजा ने भावें गरीब ने पर है बड़े घमंडी, जिहड़ा उन्हां चो लुੱਟ-ਮਾਰ ਦੇ माल नाल अमीर बन गया वो तुहाडा आकी बन जाएगा। जे मेरी मनो तो तुसीं अपने अंग रखकिਆਂ विचों कुਝ ਨੂੰ शहर के सब दरवाजिਆਂ ते खड़ा कर दिओ। जो भी लुੱਟ-ਮਾਰ ਦਾ समान लैके शहरों बाहर जाना चाहे उस तो देवते जायज़ के नाँ ते दसवंध इकट्ठी करी जाओ। इस तरह उन्होंने बिना नाराज़ कितिਆਂ तुसीं धन भी इकट्ठा कर लोगे तो तुहानूं किसी के आकी होने का डर भी नहीं रहेगा। ये सलाह साइरस नूं बड़ी चंगी लगी तो उन्हें उस वेले उसने अमल किया। क्रीसस की समझ ते सियाणप तो प्रभावित होकर उसने कहा, क्रीसस मैनूं पता नहीं सी कि तू इतना नेक दिल ते सियाणा है। मैं तेरे ते बड़ा खुश हाँ। तू कुछ मंगे मैं देण नूं तैयार हाँ। क्रीसस ने कहा, हजूर जे तुसीं मेरी ख्वाहिश पूरी करना चाहते हो तो ये बड़ी बेड़ियां देवते जायस नूं जिसनूं मैं अपने समय सब देवतिਆਂ नालों वध सन्मान दिंदा सी पहुँचाउण दी खिचल करो तो उसनूं ये भी पुछवा भेजो कि की वो अपने सारे प्रेमियों नाल ये सलूक करता है। इस ते क्रीसस ने साइरस नूं शुरू तो लैके अखीर तक अपनी सारी कहानी सुनाई। जो सवाल उन्हें देवते तो पूछे सन ते जो जवाब उन्होंने मिले सन सब दसे। क्रीसस ने उन्हां सारियां कीमती चढ़ाविਆਂ का भी जिक्र किया जो देवते उसनूं समय समय ते भेजदा रहा सी। अंत विच उन्हें यह भी दस्सिया कि देवते अपोलो ने ही उन्होंने ईरान ते हमला करने लई प्रेरिया सी। यह सुन के साइरस खूब हस्या ते कहन लगा, तेरी ये मंग पूरी होवेगी। अगे तो भी जिस वेले भी तू कोई मंग करेगा फौरन पूरी की जाएगी। साइरस ने एक आदमी नूं हुक्म दिता कि क्रीसस दीआं बेड़ियां अपोलो ते डेल्फी वाले मंदिर के बूहे ते रख के देवते नूं कहे कि बेड़ियां उस हमले का फल ने जो तू क्रीसस नूं उकसा के करवाया है। ये क्रीसस की तैनूं आखिरी भेटा है कि सब यूनानी देवते तेरे वांग अपने उपासकों नाल धोखा करते हैं। जद साइरस के आदमी डेल्फी पहुंचे तो देवते नूं क्रीसस दीआं बेड़ियां भेटां करदिआं कहा उस तो उपर लिखे सवाल पूछे तो अंदरों उत्तर आया, यह क्रीसस नूं उहदी 5वीं पीढ़ी के किसी वड्डे वडेरे दे कीते पाप का फल मिलिया है। वह अपने बादशाह का अंग रखियक सी। उन्हें लालच विच आके अपने मालिक नूं कतल कर दिता सी ते तखत का आप मालिक बन बैठा सी। देवता अपने मालिक नूं कतल कर दिता सी ते आप मालिक बन बैठा सी। देवता अपोलो चाहता सी कि क्रीसस नूं इह सज़ा ना भुगतनी पे पर होनी नूं देवते भी नहीं टाल सकते। क्रीसस नूं पता होना चाहिए है कि अपोलो ने लगातार 3 साल क्रीसस के शहर ते हमला नहीं होने दिता, नहीं तो वह अज तो 3 साल पहला ही कैदी बनया हुंदा। इस तो इलावा वो अपोलो ही सी जिन्हें तैनूं बलदी चिखा ते सड़न तो बचाया सी। उन्हें यह भी कहा कि क्रीसस नूं अपोलो की इस भविष्यवाणी बारे कि जे क्रीसस ने ईरान ते हमला किया तो वह एक महान साम्राज्य की तबाही का कारण बनेगा। शिकायत करने का हक नहीं, क्योंकि जे वह सियाणा हुंदा तो दोबारा जरूर पुछदा कि उस साम्राज्य तो भाव उसका अपना साम्राज्य है या साइरस का। तो जे वो इस पेशीन गोई का ठीक अर्थ नहीं समझा तो ना ही उन्हें सही अर्थ पूछने की कोशिश की है तो कसूर उसका अपना है ना कि देवते का। इस तो इलावा उन्हें शब्द खच्चर का भी पूरा भाव समझने की कोशिश नहीं की। खच्चर का भाव है दुगला जां वो मनुख जिसने माता पिता ਵੱਖ-ਵੱਖ नस्लों के होण। साइरस खच्चर है, ਉਹਦੀ माता मीडियन नस्ल की है तो पिता ईरानी नस्ल का है। डेल्फी तो यह उत्तर सुन के साइरस के आदमी वापस मुड़ आए तो उन्हें यह सारी गल क्रीसस नूं सुनाई। यह सुन के उन्हें मन लिया कि सारा कसूर उसका अपना ही है। साइरस के हथ राज किवें आया। पिछली कहानी खत्म होने तो पिछों हेरोडोटस दसदा है कि साइरस के हथ अपने देश का राज किवें आया। मीडियन कौम की उत्पत्ति गायोगीज तो हुई। ਉਹਦੇ पुत्र फराटीज़ ने ईरान ते जित प्राप्त की पर वह असीरिया नाल एक युद्ध विच मारिया गया। उसकी मौत पिछों उसका पुत्र सियाक्रिसीज तखत ते बैठा। वह एक बड़ा जबरदस्त योद्धा सी। उन्हें अपनी सैना नूं ठीक ढंग नाल संगठित किया। जद उन्हें असीरिया के एक शहर नूं घेरा कत्तिया होया सी तां पिछों सिद्धिया नस्ल के लोगों ने उहदे देश मिडिया ते हमला करके सियाक्रिसीज नूं हरा दिता। सियाक्रिसीज ने सिद्धियां दे सरदारां नूं एक वड्डी महफिल ते सद्दिया। जद सिद्धियां सरदार शराब के नशे विच गुट हो गए तां सियाक्रिस ने उन्हां सारियां नूं कतल करवा दिता ते इस तरह मीडिया वालियां ने अपना इलाका वापस लै लिया। सियाक्रिस की मौत पिछों उसका पुत्र
ਐਸਟੀਆਜ਼ੀਜ਼ ਤਖਤ ਤੇ ਬੈਠਾ ਉਹਦੀ ਇੱਕ ਸ਼ਹਿਜ਼ਾਦੀ ਸੀ ਜਿਸ ਦਾ ਨਾਂ ਮੈਂਡੇਨ ਸੀ। ਐਸਟੀਆਜ਼ੀਜ਼ ਨੂੰ ਉਸ ਬਾਰੇ ਇੱਕ ਸੁਪਨਾ ਆਇਆ ਕਿ ਉਹਦੀ ਕੁੱਖੋਂ ਇੱਕ ਪ੍ਰਤਾਪੀ ਲੜਕਾ ਪੈਦਾ ਹੋਵੇਗਾ ਜੋ ਸਾਰੇ ਏਸ਼ੀਆ ਤੇ ਛਾ ਜਾਏਗਾ। ਐਸਟੀਆਜ਼ੀਜ਼ ਇਹ ਸੁਪਨਾ ਵੇਖ ਕੇ ਡਰ ਗਿਆ ਕਿਉਂਕਿ ਇਸ ਨਾਲ ਉਹਨੂੰ ਰਾਜਪਾਟ ਦਾ ਆਪਣੇ ਹੱਥੋਂ ਖੋਏ ਜਾਣ ਦਾ ਖਤਰਾ ਪੈ ਗਿਆ। ਇਸ ਲਈ ਜਦ ਉਹਦੀ ਲੜਕੀ ਵਿਆਹਣ ਜੋਗੀ ਹੋਈ ਤਾਂ ਉਹਨੇ ਉਹਦਾ ਵਿਆਹ ਨਾ ਆਪਣੀ ਨਸਲ ਦੇ ਮੀਡ ਸਰਦਾਰ ਨਾਲ ਕਰਨ ਦੀ ਥਾਂ ਇੱਕ ਘਟੀਆ ਦਰਜੇ ਦੇ ਇਰਾਨੀ ਸਰਦਾਰ ਨਾਲ, ਜਿਸ ਦਾ ਨਾਂ ਕੈਂਬੇਸਿਸ ਸੀ, ਕਰ ਦਿੱਤਾ। ਕੈਂਬੇਸਿਸ ਸ਼ਹਿਜ਼ਾਦੀ ਨੂੰ ਵਿਆਹ ਕੇ ਆਪਣੇ ਦੇਸ਼ ਲੈ ਗਿਆ। ਕੁਝ ਸਮੇਂ ਪਿੱਛੋਂ ਜਦ ਇਹ ਖਬਰ ਆਈ ਕਿ ਸ਼ਹਿਜ਼ਾਦੀ ਦੇ ਘਰ ਬੱਚਾ ਹੋਣ ਵਾਲਾ ਹੈ ਤਾਂ ਬਾਦਸ਼ਾਹ ਨੇ ਉਹਨੂੰ ਮੁੜ ਆਪਣੇ ਦੇਸ਼ ਬੁਲਾ ਲਿਆ ਤਾਂ ਜੋ ਜਿਸ ਵੇਲੇ ਵੀ ਬੱਚੇ ਦਾ ਜਨਮ ਹੋਵੇ ਉਸੇ ਵੇਲੇ ਉਹਨੂੰ ਮਰਵਾ ਦਿੱਤਾ ਜਾਏ, ਕਿਉਂਕਿ ਜੋਤਸ਼ੀਆਂ ਦੀ ਪੇਸ਼ੀਨਗੋਈ ਅਨੁਸਾਰ ਐਸਟੀਆਜ਼ੀਜ਼ ਨੂੰ ਡਰ ਸੀ ਕਿ ਉਹ ਬੱਚਾ ਉਹਦਾ ਰਾਜਪਾਲ ਸੰਭਾਲ ਲਵੇਗਾ। ਸਮਾਂ ਆਉਣ 'ਤੇ ਸ਼ਹਿਜ਼ਾਦੀ ਦੀ ਕੁੱਖ 'ਚੋਂ ਜੋ ਬੱਚਾ ਪੈਦਾ ਹੋਇਆ ਉਸ ਦਾ ਨਾਂ ਸਾਇਰਸ ਰੱਖਿਆ ਗਿਆ। ਸਾਇਰਸ ਦੇ ਜਨਮ ਦੀ ਖਬਰ ਸੁਣਦਿਆਂ ਹੀ ਐਸਟੀਆਜ਼ੀਜ਼ ਨੇ ਆਪਣੇ ਇੱਕ ਬੜੇ ਵਫਾਦਾਰ ਸਰਦਾਰ ਨੂੰ ਬੁਲਾ ਕੇ ਕਿਹਾ, ਹਾਰਪੇਗਸ, ਮੈਂ ਤੈਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੌਂਪਣ ਲੱਗਾ ਹਾਂ। ਦੇਖੀ, ਇਹਨੂੰ ਹਮੇਸ਼ਾ ਵਾਂਗ ਪੂਰੀ ਵਫਾਦਾਰੀ ਨਾਲ ਨਿਭਾਈ। ਇਹ ਵੀ ਖਿਆਲ ਰੱਖੀ ਕਿ ਇਸ ਦੀ ਹਵਾ ਵੀ ਕਿਸੇ ਦੇ ਕੰਨੀ ਨਾ ਪਵੇ, ਨਹੀਂ ਤਾਂ ਤੈਨੂੰ ਵੀ ਕਿਤੇ ਜਾਨ ਤੋਂ ਨਾ ਹੱਥ ਧੋਣੇ ਪੈ ਜਾਣ। ਧਿਆਨ ਨਾਲ ਸੁਣ, ਤੂੰ ਇਸ ਬੱਚੇ ਨੂੰ ਜੋ ਮੇਰੀ ਲੜਕੀ ਮੇਂਡਨ ਦੇ ਘਰ ਹੋਇਆ ਹੈ ਚੁੱਕ ਕੇ ਆਪਣੇ ਘਰ ਲੈ ਜਾ। ਇਹਨੂੰ ਜਾਨੋਂ ਮਰਵਾ ਕੇ ਇਹਦੀ ਲੋਥ ਉਹ ਕਿਸੇ ਓਲੀ ਥਾਂ ਲੁਕਾ ਦੇਵੀਂ। ਹਾਰਪੇਗਸ ਨੇ ਉੱਤਰ ਦਿੱਤਾ, ਹਜੂਰ, ਮੈਂ ਆਪ ਦਾ ਹੱਥ ਬੱਧਾ ਗੁਲਾਮ ਹਾਂ। ਮੈਂ ਅੱਗੇ ਕਦੀ ਤੁਹਾਡੀ ਹੁਕਮਦੁਲੀ ਕੀਤੀ ਹੈ, ਹੁਣ ਵੀ ਉਂਝ ਹੀ ਹੋਏਗਾ ਜਿਵੇਂ ਹਜ਼ੂਰ ਨੇ ਫਰਮਾਇਆ ਹੈ। ਹਾਰਪੇਗਸ ਦੇ ਯਕੀਨ ਦਿਵਾਉਣ 'ਤੇ ਐਸਟੀਆਜ਼ੀਜ਼ ਨੇ ਬੱਚਾ ਉਹਦੇ ਹਵਾਲੇ ਕਰ ਦਿੱਤਾ। ਉੱਤੋਂ ਤਾਂ ਹਾਰਪੇਗਸ ਨੇ ਬਾਦਸ਼ਾਹ ਨੂੰ ਉਸ ਦੇ ਹੁਕਮ ਪਾਲਣ ਦਾ ਪੂਰਾ ਯਕੀਨ ਦਿਵਾ ਦਿੱਤਾ, ਪਰ ਅੰਦਰੋਂ ਉਹ ਨਹੀਂ ਸੀ ਚਾਹੁੰਦਾ ਕਿ ਇਸ ਪਾਪ ਦਾ ਭਾਰ ਉਹਦੀ ਆਤਮਾ 'ਤੇ ਚੜੇ। ਉਹ ਬੜਾ ਦੁਖੀ ਸੀ ਕਿ ਕੀ ਕਰੇ ਤੇ ਕੀ ਕਰੇ। ਉਸਨੂੰ ਉਦਾਸ ਵੇਖ ਕੇ ਉਹਦੀ ਪਤਨੀ ਨੇ ਇਸ ਦਾ ਕਾਰਨ ਪੁੱਛਿਆ। ਜਦ ਹਾਰਪੇਗਸ ਨੇ ਸਾਰੀ ਗੱਲ ਦੱਸੀ ਤਾਂ ਉਹਦੀ ਵਹੁਟੀ ਪੁੱਛਣ ਲੱਗੀ, ਪਰ ਤੁਹਾਡਾ ਮਨ ਕੀ ਕਹਿੰਦਾ ਹੈ? ਹਾਰਪੇਗਸ ਨੇ ਉੱਤਰ ਦਿੱਤਾ, ਇੱਕ ਮਾਸੂਮ ਬੱਚੇ ਨੂੰ ਜਾਨੋਂ ਮਾਰਨਾ ਐਸਾ ਘੋਰ ਪਾਪ ਹੈ ਜੋ ਬਖਸ਼ਿਆ ਨਹੀਂ ਜਾ ਸਕਦਾ। ਮੈਂ ਐਸਾ ਨੀਚ ਕੰਮ ਕਰਨ ਲਈ ਬਿਲਕੁਲ ਤਿਆਰ ਨਹੀਂ। ਇਹਦੇ ਕਈ ਕਾਰਨ ਨੇ। ਇੱਕ ਤਾਂ ਇਹ ਬੱਚਾ ਮੇਰੇ ਨਜ਼ਦੀਕੀ ਸਾਕ ਅੰਗ ਹੈ, ਦੂਜਾ ਐਸਟੀਆਜ਼ ਬੁੱਢਾ ਹੋ ਗਿਆ ਹੈ ਤੇ ਇਹਦੀ ਕੋਈ ਔਲਾਦ ਨਹੀਂ। ਜੇ ਇਹ ਲੜਕਾ ਵੀ ਮਾਰ ਦਿੱਤਾ ਜਾਏ ਤੇ ਐਸਟੀਆਜ਼ ਵੀ ਬੇਔਲਾਦਾ ਹੀ ਮਰ ਗਿਆ ਤਾਂ ਉਹਦਾ ਰਾਜ ਮੈਂਡਨ ਦੇ ਹੱਥ ਆ ਜਾਏਗਾ ਤੇ ਮੈਂ ਖਾਕਸ਼ਾ ਹੋ ਜਾਵਾਂਗਾ। ਪਰ ਜੇ ਮੈਂ ਬਾਦਸ਼ਾਹ ਦੇ ਹੁਕਮ ਦੀ ਤਾਮੀਲ ਨਾ ਕੀਤੀ ਤਾਂ ਫਿਰ ਵੀ ਮੈਂ ਮਾਰਿਆ ਜਾਵਾਂਗਾ। ਇਸ ਮੁਸੀਬਤ ਵਿੱਚੋਂ ਨਿਕਲਣ ਦਾ ਕੇਵਲ ਇੱਕੋ ਇੱਕ ਤਰੀਕਾ ਇਹ ਹੈ ਕਿ ਇਹ ਕੰਮ ਮੈਂ ਕਿਸੇ ਹੋਰ ਨੂੰ ਸੌਂਪ ਦਿਆਂ। ਕੁਝ ਚਿਰ ਸੋਚ ਕੇ ਉਹਨੇ ਬਾਦਸ਼ਾਹ ਐਸਟੀਆਜ਼ੀਜ਼ ਦੇ ਇੱਕ ਚਰਵਾਹੇ ਨੂੰ, ਜਿਸ ਦਾ ਨਾਂ ਮਿਥਰਡੇਟਿਸ ਸੀ, ਬੁਲਾ ਭੇਜਿਆ, ਕਿਉਂਕਿ ਇਸਦੀਆਂ ਚਰਾਗਾਹਾਂ ਦੂਰ ਐਕਤਬਾਨਾਂ ਵਿੱਚ ਦੇ ਪਹਾੜਾਂ ਵਿੱਚ ਸਨ ਤੇ ਜਿੱਥੇ ਖੂੰਖਾਰ ਜੰਗਲੀ ਜਾਨਵਰ ਰਹਿੰਦੇ ਸਨ। ਇਹ ਬਾਦਸ਼ਾਹ ਦੀ ਇੱਕ ਸਪੇਕੋਨਾ ਨਾਂ ਦੀ ਦਾਸੀ ਨਾਲ ਵਿਆਹਿਆ ਹੋਇਆ ਸੀ। ਹਾਰਪੇਗਸ ਦਾ ਸੁਨੇਹਾ ਮਿਲਦਿਆਂ ਹੀ ਮਿਥਰਡੇਟਿਸ ਉਸ ਦੇ ਪਾਸ ਪਹੁੰਚ ਗਿਆ। ਹਾਰਪੇਗਸ ਨੇ ਉਹਨੂੰ ਕਿਹਾ, ਬਾਦਸ਼ਾਹ ਨੇ ਤੈਨੂੰ ਹੁਕਮ ਦਿੱਤਾ ਹੈ ਕਿ ਇਸ ਬੱਚੇ ਨੂੰ ਜੰਗਲ ਬੀਆਬਾਨ ਵਿੱਚ ਲੈ ਜਾ ਤੇ ਉੱਥੇ ਸੁੱਟਾ, ਜਿੱਥੇ ਆਪੇ ਭੁੱਖਾ ਪਾਣਾ ਮਰ ਜਾਏਗਾ। ਬਾਦਸ਼ਾਹ ਨੇ ਇਹ ਵੀ ਕਹਾ ਭੇਜਿਆ ਹੈ ਕਿ ਜੇ ਚਰਵਾਹੇ ਨੇ ਇਸ ਹੁਕਮ ਦੀ ਜ਼ਰਾ ਵੀ ਉਲੰਘਣਾ ਕੀਤੀ ਤਾਂ ਉਹਨੂੰ ਤਸੀਹੇ ਦੇ ਕੇ ਮਰਵਾ ਦਿੱਤਾ ਜਾਏਗਾ। ਬਾਦਸ਼ਾਹ ਨੇ ਮੈਨੂੰ ਤੇਰੇ ਇਸ ਕੰਮ 'ਤੇ ਕਰੜੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਹੈ। ਚਰਵਾਹੇ ਨੇ ਬੱਚੇ ਨੂੰ ਚੁੱਕ ਲਿਆ ਤੇ ਉਹ ਪੈਂਡਾ ਕੱਟਦਾ ਆਪਣੇ ਪਿੰਡ ਪਹੁੰਚ ਗਿਆ। ਉਹਦੀ ਆਪਣੀ ਵਹੁਟੀ ਨੂੰ ਵੀ ਬੱਚਾ ਹੋਣ ਵਾਲਾ ਸੀ ਜੋ ਉਹਦੀ ਗੈਰ ਹਾਜ਼ਰੀ ਵਿੱਚ ਹੀ ਪੈਦਾ ਹੋ ਗਿਆ ਸੀ, ਪਰ ਪੈਦਾ ਹੁੰਦਿਆਂ ਹੀ ਮਰ ਗਿਆ ਸੀ। ਚਰਵਾਹੇ ਨੇ ਘਰ ਪਹੁੰਚਦਿਆਂ ਹੀ ਆਪਣੀ ਵਹੁਟੀ ਨੂੰ ਸਾਰੀ ਗੱਲ ਦੱਸੀ। ਉਹ ਆਪਣੇ ਪਤੀ ਨੂੰ ਤਰਲੇ ਪਾਉਣ ਲੱਗੀ, ਇੱਕ ਮਾਸੂਮ ਬੱਚੇ ਨੂੰ ਮਾਰਨਾ ਮਹਾਪਾਪ ਹੈ ਤੇ ਫਿਰ ਇਹੋ ਜਿਹੇ ਸੁੰਦਰ ਬੱਚੇ ਨੂੰ ਜਿਸ ਨੂੰ ਵੇਖਦਿਆਂ ਹੀ ਭੁੱਖ ਲੈਂਦੀ ਹੈ, ਇਹ ਪਾਪ ਬਿਲਕੁਲ ਸਿਰ 'ਤੇ ਨਾ ਚੜਾਉਣਾ। ਚਰਵਾਹੇ ਨੇ ਕਿਹਾ, ਇਹ ਕਿਵੇਂ ਹੋ ਸਕਦਾ ਹੈ? ਜੇ ਮੈਂ ਇਹਨੂੰ ਨਾ ਮਾਰਿਆ ਤਾਂ ਹਾਰਪੇਗਸ ਨੂੰ ਝੱਟ ਪਤਾ ਲੱਗ ਜਾਣਾ ਹੈ ਤੇ ਬਸ ਫਿਰ ਮੇਰੀ ਜਾਨ ਹੈ ਕਿ ਨਹੀਂ। ਉਸ ਦੀ ਵਹੁਟੀ ਨੇ ਕੁਝ ਸੋਚ ਕੇ ਫਿਰ ਕਿਹਾ, ਤਾਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ? ਅਸੀਂ ਆਪਣਾ ਬੱਚਾ ਜੋ ਜੰਮਦਿਆਂ ਹੀ ਮਰ ਗਿਆ ਹੈ ਜੰਗਲ ਵਿੱਚ ਸੁੱਟ ਆਉਂਦੇ ਹਾਂ ਤੇ ਸ਼ਹਿਜ਼ਾਦੇ ਨੂੰ ਆਪਣਾ ਬੱਚਾ ਜਾਣ ਕੇ ਪਾਲ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਕੰਮ ਵੀ ਬਣ ਜਾਏਗਾ ਤੇ ਤੁਹਾਡੇ 'ਤੇ ਦੋਸ਼ ਵੀ ਨਹੀਂ ਆਏਗਾ। ਚਰਵਾਹੇ ਨੂੰ ਇਹ ਤਜਵੀਜ਼ ਬੜੀ ਪਸੰਦ ਆਈ। ਉਹ ਸ਼ਹਿਜ਼ਾਦੇ ਨੂੰ ਆਪਣੀ ਪਤਨੀ ਦੇ ਹਵਾਲੇ ਕਰਕੇ ਤੇ ਆਪਣੇ ਮਰੇ ਹੋਏ ਬੱਚੇ ਨੂੰ ਚੁੱਕ ਕੇ ਜੰਗਲ ਵੱਲ ਤੁਰ ਪਿਆ ਤੇ ਉਹਦੀ ਲੋਥ ਨੂੰ ਇੱਕ ਬੜੀ ਨਵੇਕਲੀ ਥਾਂ ਰੱਖ ਆਇਆ। ਫਿਰ ਉਹਨੇ ਜਾ ਕੇ ਇਸ ਬਾਰੇ ਹਾਰਪੇਗਸ ਨੂੰ ਇਤਲਾਹ ਦਿੱਤੀ। ਹਾਰਪੇਗਸ ਨੇ ਆਪਣੇ ਇੱਕ ਵਫਾਦਾਰ ਨੌਕਰ ਨੂੰ ਉਹਦੇ ਨਾਲ ਭੇਜਿਆ ਤੇ ਉਹਨਾਂ ਦੋਹਾਂ ਨੇ ਬੱਚੇ ਨੂੰ ਲਾਗੇ ਹੀ ਦੱਬ ਦਿੱਤਾ। ਉਧਰ ਚਰਵਾਹੇ ਦੀ ਦੇਖ ਰੇਖ ਹੇਠ ਸ਼ਹਿਜ਼ਾਦੀ ਮੇਂਡਨ ਦਾ ਲੜਕਾ ਸਾਇਰਸ ਪਲਦਾ ਰਿਹਾ ਤੇ ਹੌਲੀ ਹੌਲੀ ਉਹ 10 ਸਾਲ ਦਾ ਹੋ ਗਿਆ। ਅਚਾਨਕ ਇੱਕ ਘਟਨਾ ਕਾਰਨ ਭੇਦ ਖੁੱਲ੍ਹ ਗਿਆ ਕਿ ਉਹ ਸ਼ਹਿਜ਼ਾਦਾ ਹੈ, ਚਰਵਾਹੇ ਦਾ ਲੜਕਾ ਨਹੀਂ। ਇੱਕ ਦਿਨ ਉਹ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਆਪਣੇ ਹਾਣ ਦੇ ਹੋਰਨਾਂ ਮੁੰਡਿਆਂ ਨਾਲ ਖੇਡ ਰਿਹਾ ਸੀ। ਮੁੰਡਿਆਂ ਨੇ ਉਹਨੂੰ ਆਪਣਾ ਰਾਜਾ ਬਣਾਇਆ ਹੋਇਆ ਸੀ ਤੇ ਰਾਜਿਆਂ ਵਾਂਗ ਉਹ ਕਿਸੇ ਨੂੰ ਕੋਈ ਕੰਮ ਤੇ ਕਿਸੇ ਨੂੰ ਕੋਈ ਕੰਮ ਸੌਂਪ ਰਿਹਾ ਸੀ। ਉਹਨਾਂ ਮੁੰਡਿਆਂ ਵਿੱਚ ਆਰਟੈਮਬਰੀਜ਼ ਨਾਂ ਦੇ ਇੱਕ ਮੀਡ ਸਰਦਾਰ ਦਾ ਲੜਕਾ ਵੀ ਸੀ
जो बड़ा चिड़ा सी ते साइरस का हुक्म नहीं सी मनदा। साइरस ने बाकी मुंडिਆਂ ਨੂੰ ਕਿਹਾ कि हुक्म अदोली ਕਰਨ उस मुंडे की खूब मुरम्मत की जाए। मुंडा कुट खान पिछों रोंदा कुरलांदा घर गया ते अपने पिता पास जा शिकायत की कि चरवाहे के मुंडे ने उसकी बेइज्जती की है। आर्टेमबरीज ने गुस्से विच सिद्धा एस्टियाजीज पास जाके शिकायत की। एस्टियाजीज ने चरवाहे के मुंडे नूं इस हरकत बदले सज़ा देने लई बुला भेजा। जद साइरस एस्टियाजीज सामने पेश होया तो एस्टियाजीज ने घूर के उन्होंने कहा, एक मामूली जे आजड़ी का पुत्र हुंदियां होया तेरी इस सरदार के मुंडे नूं मारन की किवें हिम्मत पई। साइरस ने उत्तर दिता, हजूर असी राजा राजा खेड रहे सां, मेरे बाकी साथियों ने मैनू अपना राजा चुनिया सी, चुनण वालियां विचों ये आप भी सी, सारे मेरे हुक्म ते चलदे सन, पर यह जानबुझ के मेरी हुक्म अदोली करदा सी, इसलिए इहनूं अपने किते दी सज़ा मिली है, इस विच मेरा की दोष है। साइरस नूं लड़के की निडरता, आज़ाद तबीयत अते सूझबूझ वेख के शक हो गया कि यह चरवाहे का लड़का नहीं हो सकता। एक तो उहदे चेहरे ते शाही जलाल सी, दूजे उहदी उम्र उहदे दोतरे की उम्र के लगभग सी, जिसनूं उन्हें हारपेगस द्वारा मरवा दिता सी। एस्टियाजीज कितना चिर परेशानी में डुब्बा रहा, आखिर उन्हें यह फैसला किया कि इस गल का भेद चरवाहे कोलों इकल्लियां करके पुछया जाए। सो उसने आर्टेमब्रीज नूं कहा, आर्टेमब्रीज तू फिक्र ना कर, मैं इस मामले नूं इस तरह सुलझावांगा कि तैनूं किसी भी किस्म की शिकायत का मौका ना रहे। इस पिछों एस्टियाजीज ने चरवाहे नूं एक बन्ने करके पूछा, सच सच दस ये लड़का कौन है। उन्हें उत्तर दिता, ये मेरा लड़का है, यदी माँ जिसकी कुखों ये होया है हाली भी जिउंदे तुसीं उसनूं पुछ सकते हो। बादशाह ने अपने सिपाहियों नूं हुक्म दिता कि चरवाहे नूं काल कोठरी विच सुट दिता जाए ते तद तक न छड्डिया जाए जद तक कि सारी गल सच सच ना दसे। काल कोठरी का नाम सुनदियां ही चरवाहे दे होश उड़ गए तो उन्हें अल्फ तो लैके ये तक सारी गल दस दी ते अखीर विच जान बख्शी लई हाड़े कड्ढन लगा। बादशाह नूं हारपेगस की गैर जिम्मेवारी ते सख्त क्रोध आया, इसलिए उन्हें चरवाहे नूं तां छड्ड दिता ते हारपेगस नूं हाज़र होने लई हुक्म किया। उन्हें आउंदियां ही बादशाह नूं कहा, सच सच दस तू मेरे दोतरे नूं किस तरह मरवाया सी। हारपेगस चरवाहे नूं उत्थे खड़िया वेख के भांप गया कि बादशाह नूं सारी गल दा पता लग गया है, इसलिए उन्हें सच सच दसन विच ही अपना भला दस्सिया। उन्हें कहा कि जिस वेले तुसी बच्चा मेरे हवाले किया सी तो मैं सोचा सी कि किहड़ा तरीका है जिस नाल तुहाडे हुक्म दी भी तमील हो जाए तो मैं भी इस पाप तो बच जावां, इसलिए मैं इस चरवाहे नूं बुला के तुहाडे हुक्म नूं पूरा करन लई कहा। मैं उन्होंने यह भी हुक्म दिता सी कि वह बच्चे नूं जंगल बियाबान विच छड्ड आए तो आप भी उत्थे ही रहे जिन्नी देर तक बच्चा श्वास त्याग नहीं दिंदा। नाल ही मैं उन्होंने सख्त तो सख्त सज़ा का डरावा भी दिता सी तां जो उन्होंने जरा जिन्नी अनगैली करन दा हिया ना पवे। फिर मैं अपनी एक इतबारी आदमी बच्चे की लोथ नूं दबाउण लई भेजिया सी। उहदी इतला अनुसार सब काम ऐन हजूर दे हुक्म अनुसार हो गया सी। एस्टियाजीज ने सारी गल बिना गुस्से जां गिले का प्रगटावा करदियां चुपचाप सुनी ते फिर चरवाहे की दसी गल लफज ब लसब दोहराउंदियां हारपेगस नूं कहा, वो लड़का जिउंदा है, चलो जिवें रब की रज़ा, नाले इस बच्चे की मौत नाल मेरे मन तो बोझ भी उतरिया तो मैं अपनी लड़की की लानत मुलामत तो भी बचिया। जो किस्मत करदी है ठीक ही करदी है। हुण तू घर जाके अपने लड़के नूं इत्थे भेज दे तां जो इस लड़के का दिल लग जाए। इस मौके की खुशी विच अज रात मैं एक महफिल करना चाहता हाँ, तू भी उस विच जरूर आए। हारपेगस बादशाह सामने सिर चुका के घर वल मुड़ पिया। वो खुश सी कि वह ना केवल सज़ा तो बच गया है बल्कि उन्हें महफिल लिए भी सद्दा दिता गया है। घर पहुँचदे ही उन्हें अपने इकलौते लड़के नूं जिसकी उम्र उस वेले कोई 13 कुछ साल की सी तैयार करके बादशाह कोल भेज दिता। फिर उन्हें खुशी खुशी सारी गल अपनी पत्नी नूं दसी। उधर बादशाह ने हारपेगस के लड़के नूं कतल कर दिता तो उहदी लोथ के टुकड़े टुकड़े करके कुछ दा कबाब बना लिया तो बाकी नूं उबालना रख दिता। जब महफिल का समा आया तो हारपेगस ते होर मेहमान खाना खाण लई बैठ गए। बादशाह ते होर मेहमानां नूं खाण लई बकरे का मांस दिता गया, पर हारपेगस सामने उहदा पुत्तर ही कबाब परोस के रख दिता गया ते सिर पैर ते हत्थ एक टोकरी विच कज के लागे ही रख दिते गए। जब हारपेगस ने खूब रज के खाना खा लिया तो बादशाह ने उस तो पूछा कि खाना उसनूं किस तरह का लगा है। जब उन्हें उत्तर दिता कि खाना बड़ा स्वाद सी ते इहो जिहा खाना उन्हें सारी उम्र नहीं खाधा, तब बादशाह ने अपने 2 सेवकां नूं हुक्म दिता कि वह टोकरी जिस विच उहदे लड़के का सिर हत्थ ते पैर सन हारपेगस सामने रखी जाए तो उस विचों जो उहदा जी चाहे खाण लई कढ लवे। हुक्म अनुसार हारपेगस ने टोकरी का ढक्कन चुक्या तो उस विच अपने लड़के की खोपरी हत्थ ते पैर पे वेखे, पर उन्हें अपने आप नूं पूरी तरह काबू विच रखिया ते किसी किस्म की घबराहट अते दुख का चिन्ह प्रगट ना होण दिता।
इस ते बादशाह ने पूछा, की तैनू पता लगा है कि यह किस पशु का मांस है? हारपेगस ने उत्तर दिता, हाँ मैनू पता है, तो जो कुछ हजूर ने किया है बिल्कुल ठीक है। इस पिछों अपने लड़के की लोथ का जो कुछ भी बचा सी वो इकट्ठा करके घर लै गया ते रीत अनुसार उसकी किरिया कर दी। इस बेतरसी नाल हारपेगस नूं सज़ा देण पिछों बादशाह विचार करन लगा कि हुण साइरस नूं किवें बन्ने लाया जाए। उन्हें इस बारे राज जोतशियां की सलाह लई। उन्हें दस्सिया कि जे यह लड़का जल्दी ना मारिया गया तो वड्डा होकर तुहाडा सारा राजपाट संभाल लवेगा। इस ते बादशाह ने उन्होंने दस्सिया, मैं तो अपनी वल्लों लड़के नूं मरवा दिता सी, पर वो बच गया है। उसके पिंड वालियां दे मुंडियां ने उन्होंने अपना राजा चुनिया सी तो खेड खेड विच ही इंज हुक्म चलाउंदा सी जिवें वो सचमुच दा राजा हुंदा है। दसो हुण की कीता जाए? जोतशियां ने उत्तर दिता, हुण तां तुहानूं चिंता करन दी कोई लोड़ ही नहीं रही। साडे हिसाब अनुसार लड़के ने इक्को वारी राज करना है तो वह भावें खेड खेड विच ही कर लवे, ਉਹਦਾ दूजी बार राज करना नहीं लिखिया। बादशाह कहन लगा, मेरा भी ये विचार है, पेशेनगोई पूरी हो गई है क्योंकि वह खेड खेड विच ही एक वार राजा बन चुका है। पर हुण तुसीं अगांह लई अपने भले लई ते राज दी रखिया लई की सलाह दिंदे हो? जोतशियां ने उत्तर दिता, असीं तां यही चाहुंदे हां कि तुहाडा राज सदा कायम रहे, क्योंकि जे राज विच इस लड़के दे हत्थ विच आ गया तो इहदे ईरानी नस्ल दा होण करके राज विदेशियां दे हत्थ आ जाएगा ते असीं गुलाम बन जावांगे। पर जिन्नी देर तक राज तुहाडे हत्थ ही है, साडी कौम दा बोलबाला रहेगा ते साडी भी कदर रहेगी। इसलिए इस विच साडा अपना लाभ है कि असीं तुहानूं ठीक ठीक सलाह दईए। असीं ठीक दसदे हां कि लड़के दा खेड खेड विच ही राज करन नाल पेशेनगोई पूरी हो चुकी है ते हुण कौम लई कोई खतरे वाली गल नहीं रही। ते बाकी लिया लड़का साडी नेक सलाह है कि तुसीं इहनूं इसदे माता पिता पास भेज दिओ। जोतशियां दी इह सलाह उहनूं ठीक लगी तो उहने साइरस नूं अपने पास बुला के कहा, बेटा मैं तैनूं एक सुपने के आधार पर नुकसान पहुँचाना चाहया सी, पर तेरे चंगे भागां ने तैनूं मौत के मूँहों कढ लिया है। मैं तेरे नाल कुछ आदमी भेज दिंदा हाँ, ਉਹ ईरान विच तैनूं तेरे असली माता पिता पास छड्ड आउणगे। साइरस के माता पिता ने समझिया होया सी कि उन्हां दा लड़का जमदियां ही मर गया सी। इसलिए जब साइरस उन्हां पास पहुँचया तो उन्होंने असलीयत का पता लगा तो वह बड़े खुश होए। साइरस नूं पुछण लगे तो उन्हें अपनी होश संभालण तो हुण तक का सारा हाल दस्सिया कि चरवाहा ते उसकी पत्नी उसदे नाल किन्ना प्यार करते रहे हैं। उधर हारपेगस ने ठान लई कि वह बादशाह तो अपने पुत्र के कतल का बदला लैके ही छड्डेगा। जब साइरस वड्डा होया तो वह बड़ा सूरबीर ते सजीला जवान निकलिया। हारपेगस नूं बादशाह के विरुद्ध अपने वल करन लई तोहफे आदि भेजदा रहिंदा सी। उन्होंने यह पता सी कि वह अपना रुतबा एडा उच्चा नहीं कि वह विदेशी सहायता तो बिना बादशाह का तख्ता उल्टा सके। सो जब उन्होंने साइरस का ख्याल आया तो उन्हें सोचा कि वह यह बदला लैण विच सहायता दे सकता है। उधर हारपेगस ने मीडिया के कई सरदारां नूं जो बादशाह के अत्याचारों तो तंग आए हुए सन उकसाया कि वह बादशाह नूं तखत तो ला के साइरस नूं अपना बादशाह बना लैण। जब बगावत की साजिश मुकम्मल हो गई तो उन्हें इसकी इतला साइरस नूं देनी चाहिए, पर राह विच हर थां जासूस सन ते डर सी इस साजिश का किते पता ना लग जाए। सो उन्हें एक बड़ी अजीब जी विਉਂਤ बनाई। उन्हें एक खरगोश लैके उहदा पेट चाक किया ते उस विच एक खुफिया खत लिख के सिउं दिता ते शिकारी दे भेस विच अपने एक वफादार नौकर नूं ओह खरगोश दे के साइरस वल घल दिता। जद वह खरगोश साइरस पास पहुंचा तो उन्हें उस विचों खत कढ के पढ़िया। उस विच लिखिया सी, साइरस तैनूं पता है कि एस्टियाजीज ने तैनूं कतल करन दा किन्ना यतन किया है, पर रब ने हर मुसीबत विच तैनूं हथ दे के रखिया है। हुण समा आ गया है कि तू एस्टियाज तो अपना बदला लवें। वो तेरी जान का प्यासा सी। कुछ देवतियां की मदद ते कुछ मेरी तुच्छ जी सहायता की बहुत बदौलत है कि तैनूं आँच नहीं आई। जे तू मेरी सलाह ते चले तो तू एस्टियाजीज की थां सारे राजपाट का मालक बन सकदा है। तू झपदे ही ईरान विच बगावत कर दे ते लश्कर लैके मीडिया ते चढ़ाई कर दे। इधर भावें एस्टियाजीज मैनूं अपनी फौज का सैनापति नियत करे जां किसी होर मीड नस्ल के सरदार नूं, वो लड़ाई के शुरू विच ही हुंदियां ही तेरे नाल रल जाएगा ते एस्टियाजीज नूं सशक्त देण ते पूरा टिल ला देवेगा। साडी सब वल्लों तैयारी मुकम्मल है। तो अपनी तैयारी झटपट करके हमला कर। यह सुनहरी मौका है, वेखी इहनूं हत्थों ना जाण दें। साइरस एक खत पढ़ के विचारी पै गया। वो किवें ईरानियां नूं बगावत करने लई उकसाए। आखिर उन्हें एक विਉਂਤ सोची। उन्हें एक कागज़ ते कुछ लिखिया ते सब ईरानी सरदारां दा इकट्ठ बुला के उन्होंने दस्सिया, इस हुक्मनामे अनुसार बादशाह एस्टियाजीज ने मैनूं ईरानी फौज का जरनैल मुकर्रर कर दिता है। इसलिए मैं तुहाडा सैनापति होने की हैसियत विच तुहानूं हुक्म दिंदा हाँ कि तुसीं सब जने अपनियां अपनियां डांगां लैके मेरे सामने हाज़र हुए। जब अगले दिन सब लोग अपनियां डांगां लैके आए तो वह सब नूं शहरों बाहर एक मैदान विच लै गया जिथे कंढियां वालियां झाड़ियां उगियां हुई सन।
ਉਹਨੇ ਲੋਕਾਂ ਨੂੰ 4 ਵਰਗ ਮੀਲ ਦੇ ਇਲਾਕੇ ਵਿੱਚੋਂ ਸਭ ਝਾੜੀਆਂ ਸਾਫ਼ ਕਰਨ ਲਈ ਕਿਹਾ। ਜਦ ਸ਼ਾਮ ਤੱਕ ਮੈਦਾਨ ਸਾਫ਼ ਹੋ ਗਿਆ ਤਾਂ ਉਹਨੇ ਹੁਕਮ ਦਿੱਤਾ ਕਿ ਅਗਲੇ ਦਿਨ ਸਭ ਇਸ਼ਨਾਨ ਕਰਕੇ ਉਸ ਮੈਦਾਨ ਵਿੱਚ ਇਸੇ ਤਰ੍ਹਾਂ ਫੇਰ ਹਾਜ਼ਰ ਹੋਣ। ਇਸ ਦੌਰਾਨ ਵਿੱਚ ਉਹਨੇ ਆਪਣੇ ਪਿਤਾ ਦੇ ਸਭ ਪਸ਼ੂ, ਭੇਡ, ਬੱਕਰੀਆਂ, ਬਲਦ ਆਦਿ ਇਕੱਠੇ ਕਰ ਲਏ ਅਤੇ ਉਹਨਾਂ ਨੂੰ ਝਟਕਾ ਕੇ ਅਗਲੇ ਦਿਨ ਸਾਰੀ ਫੌਜ ਨੂੰ ਇੱਕ ਸ਼ਾਨਦਾਰ ਦਾਵਤ ਦਿੱਤੀ। ਜਦ ਸਭ ਨੇ ਪੇਟ ਭਰ ਕੇ ਖਾਣਾ ਖਾ ਲਿਆ ਤਾਂ ਸਾਇਰਸ ਨੇ ਸਭ ਨੂੰ ਸੰਬੋਧਨ ਹੋ ਕੇ ਸਵਾਲ ਕੀਤਾ ਕਿ ਤੁਹਾਨੂੰ ਕੱਲ੍ਹ ਵਾਲਾ ਕੰਮ ਚੰਗਾ ਲੱਗਾ ਹੈ ਕਿ ਅੱਜ ਵਾਲਾ? ਉਹਨਾਂ ਨੇ ਉੱਤਰ ਦਿੱਤਾ, ਕੱਲ੍ਹ ਦੇ ਕੰਮ ਅਤੇ ਅੱਜ ਦੇ ਕੰਮ ਦਾ ਮੁਕਾਬਲਾ ਹੀ ਕੀ ਹੈ? ਕੱਲ੍ਹ ਨਿਰੀ ਖੱਜਲ ਖੁਆਰੀ ਸੀ, ਅੱਜ ਮੌਜਾਂ ਨੇ। ਸਾਇਰਸ ਨੇ ਉਹਨਾਂ ਦੇ ਇਸ ਉੱਤਰ ਨੂੰ ਫੜ ਕੇ ਉਹਨਾਂ ਸਾਹਮਣੇ ਇਹਨਾਂ ਸ਼ਬਦਾਂ ਵਿੱਚ ਆਪਣਾ ਮਨਸ਼ਾ ਪ੍ਰਗਟ ਕਰਦਿਆਂ ਕਿਹਾ, ਈਰਾਨ ਦੇ ਵਾਸੀਓ, ਜੇ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋਗੇ ਅਤੇ ਉਸ 'ਤੇ ਚੱਲੋਗੇ ਤਾਂ ਤੁਸੀਂ ਇਸ ਤੋਂ ਵੀ 100 ਗੁਣਾ ਜ਼ਿਆਦਾ ਆਨੰਦ ਪ੍ਰਾਪਤ ਕਰਦੇ ਰਹੋਗੇ। ਪਰ ਜੇ ਤੁਸੀਂ ਮੇਰੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਸਾਰੀ ਉਮਰ ਕੱਲ੍ਹ ਵਾਂਗ ਖੱਜਲ ਖੁਆਰੀ ਵਿੱਚ ਗੁਜ਼ਾਰੋਗੇ। ਮੈਂ ਮਹਿਸੂਸ ਕਰਦਾ ਹਾਂ ਕਿ ਦੇਵਤਿਆਂ ਨੇ ਤੁਹਾਨੂੰ ਆਜ਼ਾਦ ਕਰਾਉਣ ਲਈ ਮੈਨੂੰ ਭੇਜਿਆ ਹੈ। ਤੁਸੀਂ ਮੀਡ ਨਸਲ ਦੇ ਲੋਕਾਂ ਕੋਲੋਂ ਜੋ ਤੁਹਾਡੇ 'ਤੇ ਰਾਜ ਕਰਦੇ ਨੇ ਕਿਸੇ ਤਰ੍ਹਾਂ ਘੱਟ ਨਹੀਂ ਹੋ। ਜੇ ਤੁਸੀਂ ਮੇਰੇ ਮਗਰ ਲੱਗੋ ਤਾਂ ਬਾਦਸ਼ਾਹ ਐਸਟੀਆਜ਼ੀਜ਼ ਦੇ ਵਿਰੁੱਧ ਬਗਾਵਤ ਕਰਕੇ ਆਜ਼ਾਦੀ ਹਾਸਲ ਕਰ ਸਕਦੇ ਹੋ। ਇਹ ਮੌਕਾ ਮੁੜ ਹੱਥ ਨਹੀਂ ਆਉਣਾ। ਈਰਾਨ ਵਾਲੇ ਅੰਦਰੋਂ ਅੰਦਰ ਅੱਗੇ ਹੀ ਮੀਡ ਹੁਕਮਰਾਨਾਂ ਕੋਲੋਂ ਸੱਤੇ ਬੈਠੇ ਸਨ। ਹੁਣ ਉਹਨਾਂ ਨੂੰ ਇੱਕ ਜ਼ਬਰਦਸਤ ਨੇਤਾ ਮਿਲ ਗਿਆ ਸੀ, ਇਸ ਲਈ ਉਹਦੇ ਝੰਡੇ ਥੱਲੇ ਉਹ ਗੁਲਾਮੀ ਨੂੰ ਸਦਾ ਲਈ ਦੇਸ਼ ਨਿਕਾਲਾ ਦੇਣ ਲਈ ਤਿਆਰ ਹੋ ਗਏ। ਜਲਦੀ ਹੀ ਐਸਟੀਆਜ਼ੀਜ਼ ਨੂੰ ਸਾਇਰਸ ਦੀ ਸਾਜ਼ਿਸ਼ ਬਾਰੇ ਸੂਹ ਮਿਲ ਗਈ ਅਤੇ ਉਹਨੇ ਸਾਇਰਸ ਨੂੰ ਫੌਰਨ ਆਪਣੀ ਕਚਹਿਰੀ ਵਿੱਚ ਹਾਜ਼ਰ ਹੋਣ ਲਈ ਹੁਕਮ ਲਿਖ ਦਿੱਤਾ। ਸਾਇਰਸ ਨੇ ਉੱਤਰ ਦਿੱਤਾ, ਐਸਟੀਆਜ਼ੀਜ਼ ਨੂੰ ਕਹਿ ਦਿਓ ਕਿ ਸਾਇਰਸ ਉਹਦੇ ਸਾਹਮਣੇ ਜਲਦੀ ਤੋਂ ਵੀ ਪਹਿਲੇ ਪਹੁੰਚ ਜਾਵੇਗਾ। ਜਦ ਐਸਟੀਆਜ਼ੀਜ਼ ਨੂੰ ਇਹ ਸੁਨੇਹਾ ਮਿਲਿਆ ਤਾਂ ਉਹਨੇ ਦਬਾ ਦਬ ਇੱਕ ਵੱਡੀ ਸਾਰੀ ਫੌਜ ਤਿਆਰ ਕੀਤੀ ਅਤੇ ਜਿਵੇਂ ਮੱਤ ਮਾਰੀ ਜਾਂਦੀ ਹੈ, ਸਭ ਤੋਂ ਵੱਡੀ ਬੇਵਕੂਫੀ ਉਹਨੇ ਇਹ ਕੀਤੀ ਕਿ ਹਾਰਪੇਗਸ ਨੂੰ ਆਪਣਾ ਸੈਨਾਪਤੀ ਮੁਕਰਰ ਕਰ ਦਿੱਤਾ। ਜਦ ਦੋਵੇਂ ਫੌਜਾਂ ਆਮੋ ਸਾਹਮਣੇ ਆਈਆਂ ਅਤੇ ਲੜਾਈ ਸ਼ੁਰੂ ਹੋਈ ਤਾਂ ਹਾਰਪੇਗਸ ਦੀ ਅਗਵਾਈ ਹੇਠ ਬਹੁਤ ਸਾਰੀ ਸੈਨਾ ਸਾਇਰਸ ਨਾਲ ਰਲ ਗਈ। ਇਹ ਵੇਖ ਕੇ ਰਹਿੰਦੀ ਖੁੰਦੀ ਫੌਜ ਉੱਥੋਂ ਭੱਜ ਨਿਕਲੀ। ਜਦ ਇਹ ਖਬਰ ਐਸਟੀਆਜ਼ੀਜ਼ ਨੂੰ ਪਹੁੰਚੀ ਤਾਂ ਉਹਨੇ ਸਭ ਰਾਜ ਜੋਤਸ਼ੀਆਂ ਨੂੰ, ਜਿਨ੍ਹਾਂ ਨੇ ਸਾਇਰਸ ਨੂੰ ਜਿਉਂਦਿਆਂ ਛੱਡ ਦੇਣ ਦੀ ਸਲਾਹ ਦਿੱਤੀ ਸੀ, ਕਤਲ ਕਰਵਾ ਦਿੱਤਾ ਅਤੇ ਸ਼ਹਿਰ ਵਿੱਚ ਜਿੰਨੇ ਵੀ ਸਿਪਾਹੀ ਸਨ ਉਹਨਾਂ ਨੂੰ ਇਕੱਠਿਆਂ ਕਰਕੇ ਈਰਾਨੀਆਂ ਨਾਲ 2 ਹੱਥ ਕਰਨ ਲਈ ਮੈਦਾਨ ਵਿੱਚ ਆ ਗਿਆ। ਇੱਕ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਉਹਦੀ ਸੈਨਾ ਨੂੰ ਮੁਕੰਮਲ ਹਾਰ ਹੋਈ ਅਤੇ ਉਹ ਆਪ ਵੀ ਈਰਾਨੀਆਂ ਦੇ ਕਾਬੂ ਆ ਗਿਆ। ਐਸਟੀਆਜ਼ ਨੂੰ ਕੈਦ ਵੇਖ ਕੇ ਹਾਰਪੇਗਸ ਉਸਦੇ ਪਾਸ ਆਇਆ ਅਤੇ ਉਸਦੇ ਮੌਕੇ ਬਾਰੇ ਯਾਦ ਦਿਵਾਉਂਦਿਆਂ ਜਦ ਉਹਨੇ ਉਹਦੇ ਲੜਕੇ ਨੂੰ ਕਤਲ ਕਰਵਾ ਕੇ ਉਹਦਾ ਮਾਂਸ ਉਹਨੂੰ ਖਵਾਇਆ ਸੀ ਅਤੇ ਪੁੱਛਿਆ ਸੀ ਕਿ ਸੁਣਾ ਹਾਰਪੇਗਸ, ਖਾਣਾ ਕਿਹੋ ਜਿਹਾ ਲੱਗਾ ਈ? ਤਾਨਾ ਮਾਰ ਕੇ ਪੁੱਛਿਆ, ਹੁਣ ਦੱਸ, ਹੁਣ ਬਾਦਸ਼ਾਹੀ ਦੀ ਥਾਂ ਗੁਲਾਮੀ ਕਿਹੋ ਜਿਹੀ ਲੱਗਦੀ ਏ? ਐਸਟੀਆਜ਼ੀਜ਼ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ, ਜਿੱਤਿਆ ਤਾਂ ਸਾਇਰਸ ਏ ਅਤੇ ਫੜਾਂ ਤੂੰ ਮਾਰਿਆ। ਹਾਰਪੇਗਸ ਨੇ ਉੱਤਰ ਦਿੱਤਾ, ਮੈਂ ਹੀ ਉਹਨੂੰ ਇੱਕ ਖੁਫੀਆ ਚਿੱਠੀ ਦੁਆਰਾ ਬਗਾਵਤ ਕਰਨ ਲਈ ਉਕਸਾਇਆ ਸੀ, ਇਸ ਲਈ ਇਸ ਜਿੱਤ ਦਾ ਸਿਹਰਾ ਮੇਰੇ ਸਿਰ ਹੈ। ਇਸ 'ਤੇ ਐਸਟੀਆਜ਼ੀਜ਼ ਨੇ ਘਿਰਨਾ ਭਰਪੂਰ ਲਹਿਜ਼ੇ ਵਿੱਚ ਹਾਰਪੇਗਸ ਨੂੰ ਕਿਹਾ, ਇਸ ਤੋਂ ਪਤਾ ਲੱਗਦਾ ਹੈ ਕਿ ਤੂੰ ਨਾ ਕੇਵਲ ਮੂਰਖਾਂ ਦਾ ਸਰਦਾਰ ਹੈ ਬਲਕਿ ਬੜਾ ਅਨਿਆਈ ਵੀ ਹੈ। ਮੂਰਖ ਇਸ ਲਈ ਕਿ ਜੇ ਬਗਾਵਤ ਤੇਰੇ ਕਾਰਨ ਸਫਲ ਹੋਈ ਹੈ ਤਾਂ ਤੂੰ ਸਾਇਰਸ ਦੀ ਥਾਂ ਆਪ ਕਿਉਂ ਨਹੀਂ ਬਾਦਸ਼ਾਹ ਬਣ ਗਿਆ। ਅਨਿਆਈ ਇਸ ਲਈ ਕਿ ਜੇ ਮੈਂ ਤੇਰੇ ਨਾਲ ਵਧੀਕੀ ਕੀਤੀ ਸੀ ਤਾਂ ਤੂੰ ਮੈਥੋਂ ਉਸ ਦਾ ਬਦਲਾ ਲੈ ਸਕਦਾ ਸੀ। ਤੂੰ ਸਾਰੀ ਕੌਮ ਨੂੰ ਕਿਉਂ ਵਿਦੇਸ਼ੀਆਂ ਦੇ ਹੱਥ ਵੇਚ ਕੇ ਗੁਲਾਮ ਬਣਾਇਆ? ਚਲੋ ਮੰਨ ਲਿਆ ਤੂੰ ਤਾਜ ਆਪਣੇ ਸਿਰ ਨਹੀਂ ਸੀ ਪਾਉਣਾ ਚਾਹੁੰਦਾ, ਪਰ ਕਮ ਅਜ਼ ਕਮ ਤੂੰ ਇਹ ਕਿਸੇ ਹੋਰ ਮੀਡ ਨਸਲ ਦੇ ਸਰਦਾਰ ਨੂੰ ਦਿਵਾ ਦਿੰਦਾ। ਹੁਣ ਤੂੰ ਆਪਣੀ ਕੌਮ ਨੂੰ ਹੀ ਗੁਲਾਮ ਬਣਵਾ ਲਿਆ ਹੈ ਅਤੇ ਗੁਲਾਮ ਵੀ ਉਹਨਾਂ ਦੇ ਜਿਨ੍ਹਾਂ ਦੇ ਕੱਲ੍ਹ ਤੱਕ ਅਸੀਂ ਮਾਲਕ ਸਾਂ। ਸੋ 35 ਸਾਲ ਰਾਜ ਕਰਨ ਪਿੱਛੋਂ ਐਸਟੀਆਜ਼ੀਜ਼ ਅਨਿਆਂ ਅਤੇ ਜ਼ੁਲਮ ਕਰਕੇ ਨਾ ਕੇਵਲ ਆਪਣਾ ਰਾਜ ਖੁਆ ਬੈਠਾ ਬਲਕਿ ਉਹਨੇ ਆਪਣੀ ਕੌਮ ਨੂੰ ਵੀ ਗੁਲਾਮ ਬਣਾ ਦਿੱਤਾ। ਸਾਇਰਸ ਨੇ ਐਸਟੀਆਜ਼ ਨੂੰ ਜਦ ਤੱਕ ਉਹ ਜਿਉਂਦਾ ਰਿਹਾ ਆਪਣੇ ਦਰਬਾਰ ਵਿੱਚ ਬਿਨਾਂ ਹੋਰ ਨਿਰਾਦਰੀ ਕੀਤਿਆਂ ਰੱਖਿਆ। ਇਹ ਬਾਅਦ ਦੀ ਗੱਲ ਹੈ ਕਿ ਕਰੀਸਸ ਨੇ ਉਸ ਉੱਤੇ ਹਮਲਾ ਕੀਤਾ ਅਤੇ ਉਹਦੇ ਹਾਰ ਖਾ ਜਾਣ ਨਾਲ ਸਾਇਰਸ ਸਾਰੇ ਏਸ਼ੀਆ ਦਾ ਮਾਲਕ ਬਣ ਗਿਆ। ਬਾਦਸ਼ਾਹ ਸਾਇਰਸ ਤੇ ਮਲਕਾ ਟੋਮਾਇਰਿਸ ਕੈਸਪੀਅਨ ਸਾਗਰ ਜੋ ਰੂਸ ਦੇ ਦੱਖਣ ਅਤੇ ਈਰਾਨ ਦੇ ਉੱਤਰ ਵਿੱਚ ਹੈ, 3 ਪਾਸਿਓਂ ਕੋਕਾਫ ਨਾਲ ਘਿਰਿਆ ਹੋਇਆ ਹੈ। ਉਸ ਦੇ ਚੌਥੇ ਪਾਸੇ ਜੋ ਪੂਰਬ ਵੱਲ ਹੈ ਇੱਕ ਬੜਾ ਵਿਸ਼ਾਲ ਮੈਦਾਨੀ ਇਲਾਕਾ ਹੈ। ਸਾਇਰਸ ਦੇ ਜ਼ਮਾਨੇ ਵਿੱਚ ਉੱਥੇ ਮੈਸਾਗੇਟੀ ਕੌਮ ਦੇ ਲੋਕ ਰਹਿੰਦੇ ਸਨ। ਸਾਇਰਸ ਇਸ ਇਲਾਕੇ ਨੂੰ ਜਿੱਤ ਕੇ ਆਪਣੇ ਰਾਜ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਸਾਇਰਸ ਨੂੰ ਹਰ ਲੜਾਈ ਵਿੱਚ ਸਫਲਤਾ ਮਿਲਦੀ ਰਹੀ ਸੀ, ਇਸ ਲਈ ਉਹਨੂੰ ਪੂਰਨ ਵਿਸ਼ਵਾਸ ਸੀ ਕਿ ਉਹ ਇਸ ਵਾਰ ਵੀ ਸਫਲ ਹੋਵੇਗਾ। ਉਸ ਸਮੇਂ ਮੈਸਾਗੇਟੀ ਨਸਲ ਦੇ ਲੋਕਾਂ 'ਤੇ ਟੋਮਾਇਰਿਸ ਨਾਂ ਦੀ ਰਾਣੀ ਰਾਜ ਕਰਦੀ ਸੀ। ਉਹ ਆਪਣੇ ਪਤੀ ਦੀ ਮੌਤ ਪਿੱਛੋਂ ਤਖਤ 'ਤੇ ਬੈਠੀ ਸੀ। ਸਾਇਰਸ ਨੇ ਉਹਦੀ ਵੱਲ ਆਪਣੇ ਰਾਜਦੂਤ ਇਹ ਤਜਵੀਜ਼ ਦੇ ਕੇ ਭੇਜੇ ਕਿ ਉਹ ਟੋਮਾਇਰਿਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਟੋਮਾਇਰਿਸ ਤਾੜ ਗਈ ਕਿ ਸਾਇਰਸ ਉਹਦੀ ਖਾਤਰ ਨਹੀਂ
ਬਲਕਿ ਉਹਦੇ ਰਾਜ ਦੀ ਖਾਤਰ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਇਸ ਲਈ ਉਹਨੇ ਰਾਜਦੂਤਾਂ ਨੂੰ ਕੋਰਾ ਜਵਾਬ ਦੇ ਕੇ ਮੋੜ ਦਿੱਤਾ। ਸਾਇਰਸ ਨੇ ਜਦ ਵੇਖਿਆ ਕਿ ਉਹਦੀ ਚਾਲ ਨਹੀਂ ਚੱਲੀ ਤਾਂ ਉਹਨੇ ਆਪਣਾ ਲਾਮ ਲਸ਼ਕਰ ਲੈ ਕੇ ਦਰਿਆ ਐਰਕਸੀਸ, ਜੋ ਸਾਇਰਸ ਤੇ ਟੋਮਾਇਰਸ ਦੇ ਰਾਜ ਦੀ ਕੁਦਰਤੀ ਸੀਮਾ ਬਣਾਉਂਦਾ ਸੀ, ਦੇ ਉਰਲੇ ਕਿਨਾਰੇ ਤੇ ਜਾ ਡੇਰੇ ਲਾਏ ਤੇ ਦਰਿਆ ਪਾਰ ਕਰਨ ਲਈ ਇੱਕ ਪੁਲ ਬਣਾਉਣਾ ਆਰੰਭ ਕਰ ਦਿੱਤਾ। ਜਦ ਸਾਇਰਸ ਇਹਨਾਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਤਾਂ ਟੋਮਾਇਰਸ ਨੇ ਸਾਇਰਸ ਵੱਲ ਇੱਕ ਦੂਤ ਭੇਜ ਕੇ ਹੱਥ ਸੁਨੇਹਾ ਭੇਜਿਆ, ਸਾਇਰਸ ਇਸ ਮੁਹਿੰਮ ਦੀਆਂ ਤਿਆਰੀਆਂ ਤਿਆਗ ਦੇ, ਕਿਉਂਕਿ ਪਤਾ ਹੈ ਕਿ ਤੈਨੂੰ ਇਸ ਤੋਂ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਣਾ। ਤੇਰਾ ਆਪਣਾ ਰਾਜ ਕਾਫੀ ਵਿਸ਼ਾਲ ਹੈ ਤੇ ਜੇ ਉਸਦਾ ਤੂੰ ਪ੍ਰਬੰਧ ਠੀਕ ਤਰ੍ਹਾਂ ਕਰੇ ਤਾਂ ਕਾਫੀ ਹੈ, ਪਰ ਮੈਨੂੰ ਪੂਰਾ ਯਕੀਨ ਹੈ ਕਿ ਤੂੰ ਮੇਰੀ ਸਲਾਹ ਨੂੰ ਠੁਕਰਾ ਦੇਵੇਂਗਾ। ਇਸ ਲਈ ਮੈਂ ਇੱਕ ਤਜਵੀਜ਼ ਪੇਸ਼ ਕਰਦੀ ਹਾਂ ਕਿ ਤੂੰ ਪੁਲ ਬਣਾਉਣ ਵਿੱਚ ਬੇਫਾਇਦਾ ਸਮਾਂ ਨਾ ਜ਼ਾਇਆ ਕਰ, ਤੇ ਜੋ ਇਹ ਤੂੰ ਪਸੰਦ ਕਰੇ ਤਾਂ ਮੈਂ ਆਪਣੀ ਸੈਨਾ ਦਰਿਆ ਦੇ ਕੰਢੇ ਤੋਂ 3 ਦਿਨ ਦੇ ਸਫ਼ਰ ਜਿੰਨਾ ਫਾਸਲਾ ਪਿਛਾਂਹ ਹਟਾ ਲੈਂਦੀ ਹਾਂ, ਤਾਂ ਜੋ ਉਤਨਾ ਹੀ ਫਾਸਲਾ ਤੂੰ ਆਪਣੀ ਸੈਨਾ ਨੂੰ ਪਿਛਾਂਹ ਹਟਾ ਲੈ ਤੇ ਅਸੀਂ ਖੁੱਲ੍ਹੇ ਮੈਦਾਨ ਵਿੱਚ 2 ਹੱਥ ਕਰਕੇ ਜਿੱਤ ਹਾਰ ਦਾ ਫੈਸਲਾ ਕਰ ਲਈਏ। ਸਾਇਰਸ ਨੇ ਆਪਣੇ ਸਾਰੇ ਸਰਦਾਰਾਂ ਤੇ ਸਲਾਹਕਾਰਾਂ ਨੂੰ ਬੁਲਾਇਆ ਤੇ ਉਹਨਾਂ ਤੋਂ ਸਲਾਹ ਪੁੱਛੀ ਕਿ ਮਲਕਾ ਟੋਮਾਇਰਸ ਨੂੰ ਕੀ ਉੱਤਰ ਦਿੱਤਾ ਜਾਏ। ਕਰੀਸਸ ਵੀ ਉਹਦੇ ਸਲਾਹਕਾਰਾਂ ਵਿੱਚ ਹੀ ਸੀ। ਸਾਇਰਸ ਨੂੰ ਉਹਨਾਂ ਦੀ ਤਜਵੀਜ਼ ਸਭ ਤੋਂ ਜ਼ਿਆਦਾ ਪਸੰਦ ਆਈ। ਉਹਦੀ ਸਲਾਹ ਅਨੁਸਾਰ ਸਾਇਰਸ ਨੇ ਦਰਿਆ ਪਾਰ ਕਰਨ ਦਾ ਫੈਸਲਾ ਕਰ ਲਿਆ। ਜਦ ਸਾਇਰਸ ਪਹਿਲੀ ਰਾਤ ਆਪਣੇ ਤੰਬੂ ਵਿੱਚ ਸੁੱਤਾ ਪਿਆ ਸੀ ਤਾਂ ਉਹਨੂੰ ਸੁਪਨਾ ਆਇਆ ਕਿ ਹਿਸਟੈਸਪੀਸ ਨਾਂ ਦੇ ਇੱਕ ਸਰਦਾਰ ਦੇ ਵੱਡੇ ਲੜਕੇ ਨੂੰ 2 ਵੱਡੇ ਵੱਡੇ ਪਰ ਲੱਗੇ ਹੋਏ ਨੇ, ਪਰ ਇੱਕ ਪਰ ਨਾਲੋਂ ਯੂਰਪ ਤੇ ਦੂਜੇ ਨਾਲ ਸਾਰੇ ਏਸ਼ੀਆ ਤੇ ਛਾਇਆ ਹੋਇਆ ਹੈ। ਹਿਸਟੈਸਪੀਸ ਦੇ ਇਸ ਲੜਕੇ ਦਾ ਨਾਂ ਡੇਰੀਅਸ ਸੀ। ਉਹਦੀ ਉਮਰ ਉਸ ਸਮੇਂ ਕੇਵਲ 20 ਸਾਲ ਸੀ। ਇਸ ਲਈ ਉਹਦੇ ਪਿਤਾ ਉਹਨੂੰ ਪਿਛਾਂ ਈਰਾਨ ਵਿੱਚ ਹੀ ਛੱਡ ਆਇਆ ਸੀ ਤੇ ਲੜਾਈ ਵਿੱਚ ਨਾਲ ਨਹੀਂ ਸੀ ਲਿਆਇਆ। ਜਦ ਸਾਇਰਸ ਨੂੰ ਜਾਗ ਆਈ ਤਾਂ ਉਹਨੇ ਸੁਪਨੇ 'ਤੇ ਵਿਚਾਰ ਕੀਤੀ ਤਾਂ ਉਹਨੂੰ ਸਮਝ ਆਈ ਕਿ ਇਹ ਇੱਕ ਗੰਭੀਰ ਮਾਮਲਾ ਹੈ। ਉਸਨੇ ਹਿਸਟੈਸਪੀਸ ਨੂੰ ਸੱਦਿਆ ਤੇ ਇੱਕ ਪਾਸੇ ਲਿਜਾ ਕੇ ਕਿਹਾ, ਹਿਸਟੈਸਪੀਸ, ਮੈਨੂੰ ਪਤਾ ਲੱਗਾ ਹੈ ਕਿ ਤੇਰਾ ਪੁੱਤਰ ਮੇਰੇ ਵਿਰੁੱਧ ਸਾਜ਼ਿਸ਼ ਘੜ ਰਿਹਾ ਹੈ। ਦੇਵਤੇ ਹਰ ਦਮ ਮੇਰੀ ਰੱਖਿਆ ਕਰਦੇ ਆਏ ਨੇ ਤੇ ਹਰ ਖਤਰੇ ਦੀ ਮੈਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੰਦੇ ਨੇ। ਕੱਲ੍ਹ ਰਾਤ ਜਦ ਮੈਂ ਸੁੱਤਾ ਹੋਇਆ ਸਾਂ ਤਾਂ ਮੈਨੂੰ ਇੱਕ ਸੁਪਨਾ ਆਇਆ ਜਿਸ ਵਿੱਚ ਮੈਂ ਦੇਖਿਆ ਕਿ ਤੇਰੇ ਸਭ ਤੋਂ ਵੱਡੇ ਲੜਕੇ ਨੂੰ 2 ਪਰ ਲੱਗੇ ਹੋਏ ਨੇ, ਜਿਨ੍ਹਾਂ ਵਿੱਚ ਇੱਕ ਨਾਲੋਂ ਯੂਰਪ ਤੇ ਦੂਜੇ ਨਾਲ ਸਾਰੇ ਏਸ਼ੀਆ ਤੇ ਛਾਇਆ ਹੋਇਆ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਮੇਰੇ ਵਿਰੁੱਧ ਸਾਜ਼ਿਸ਼ ਘੜ ਰਿਹਾ ਹੈ। ਇਸ ਲਈ ਤੂੰ ਇਸੇ ਵੇਲੇ ਈਰਾਨ ਵੱਲ ਵਾਪਸ ਮੁੜ ਜਾ ਤੇ ਜਦ ਮੈਂ ਇਸ ਮੁਹਿੰਮ ਤੋਂ ਵਾਪਸ ਮੁੜਾਂ ਤਾਂ ਤੂੰ ਆਪਣੇ ਲੜਕੇ ਨੂੰ ਮੇਰੇ ਸਾਹਮਣੇ ਪੇਸ਼ ਕਰੀਂ ਤਾਂ ਜੋ ਮੈਂ ਇਸ ਮਾਮਲੇ ਬਾਰੇ ਉਸ ਤੋਂ ਪੁੱਛਗਿੱਛ ਕਰ ਸਕਾਂ। ਅਸਲ ਵਿੱਚ ਸਾਇਰਸ ਨੇ ਸੁਪਨੇ ਦਾ ਗਲਤ ਭਾਵ ਕੱਢਿਆ ਸੀ। ਇਸ ਦਾ ਠੀਕ ਭਾਵ ਇਹ ਸੀ ਕਿ ਉਹਨੇ ਲੜਾਈ ਵਿੱਚ ਮਾਰਿਆ ਜਾਣਾ ਹੈ ਤੇ ਉਸਦੀ ਮੌਤ ਪਿੱਛੋਂ ਰਾਜ ਦਾਰਾ ਦੇ ਹੱਥ ਆ ਜਾਣਾ ਹੈ। ਹਿਸਟੈਸਪੀਸ ਨੇ ਉੱਤਰ ਦਿੱਤਾ, ਰੱਬ ਨਾ ਕਰੇ ਕਿ ਕੋਈ ਈਰਾਨੀ ਤੁਹਾਡੀ ਜਾਨ ਦਾ ਵੈਰੀ ਹੋਵੇ। ਜੇ ਈਰਾਨ ਵਿੱਚ ਇਹੋ ਜਿਹਾ ਕੋਈ ਦੇਸ਼ ਧਰੋਹੀ ਹੋਵੇ ਵੀ ਤਾਂ ਰੱਬ ਉਹਨੂੰ ਐਸੇ ਵੇਲੇ ਫਨਾਹ ਕਰੇ। ਤੁਹਾਡਾ ਦੇਣਾ ਕੌਣ ਦੇ ਸਕਦਾ ਹੈ? ਤੁਸੀਂ ਈਰਾਨੀਆਂ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਇਆ। ਈਰਾਨੀ ਲੋਕ ਵਿਦੇਸ਼ੀਆਂ ਦੀ ਪਰਜਾ ਸਨ। ਤੁਸੀਂ ਉਹਨਾਂ ਨੂੰ ਰਾਜੇ ਬਣਾਇਆ। ਜੇ ਤੁਸੀਂ ਸਮਝਦੇ ਹੋ ਕਿ ਮੇਰਾ ਲੜਕਾ ਸੱਚਮੁੱਚ ਤੁਹਾਡੇ ਵਿਰੁੱਧ ਸਾਜ਼ਿਸ਼ ਕਰ ਰਿਹਾ ਹੈ ਤਾਂ ਮੈਂ ਉਹਨੂੰ ਹਜ਼ੂਰ ਦੇ ਹਵਾਲੇ ਕਰਦਾ ਤਾਂ ਜੋ ਤੁਸੀਂ ਉਸ ਨੂੰ ਮੁਨਾਸਬ ਸਜ਼ਾ ਦੇ ਸਕੋ ਦੇ ਦਿਓ। ਇਹ ਕਹਿ ਕੇ ਹਿਸਟੈਸਪੀਸ ਵਾਪਸ ਈਰਾਨ ਵੱਲ ਚਲਾ ਗਿਆ ਤਾਂ ਜੋ ਆਪਣੇ ਲੜਕੇ ਦੀਆਂ ਹਰਕਤਾਂ 'ਤੇ ਨਜ਼ਰ ਰੱਖ ਸਕੇ। ਉਧਰ ਸਾਇਰਸ ਆਪਣੇ 94 ਸਿਪਾਹੀਆਂ ਨੂੰ ਪਿਛਾਂਹ ਛੱਡ ਕੇ ਤੇ ਰਹਿੰਦ ਖੂੰਹਦ ਨੂੰ ਨਾਲ ਲੈ ਕੇ ਦਰਿਆ ਤੋਂ ਪੂਰੇ 1 ਦਿਨ ਦੇ ਪੈਂਡੇ ਜਿੰਨੇ ਦੂਰ ਹੀ ਤੇ ਤੰਬੂਆਂ ਵਿੱਚ ਛੱਡ ਆਇਆ। ਮਲਕਾ ਟੋਮਾਇਰਸ ਦੇ ਲੜਕੇ ਸ਼ਹਿਜ਼ਾਦਾ ਸਪਾਰਗੈਸਿਸ ਨੇ ਆਪਣੀ 1/3 ਫੌਜ ਨੂੰ ਨਾਲ ਲੈ ਕੇ ਸਾਇਰਸ ਦੀ ਇਸ ਫੌਜ 'ਤੇ ਅਚਾਨਕ ਹਮਲੇ ਨਾਲ ਉਸ ਦਾ ਸਫਾਇਆ ਕਰ ਦਿੱਤਾ ਤੇ ਈਰਾਨੀਆਂ ਦੇ ਤਿਆਰ ਕੀਤੇ ਹੋਏ ਖਾਣੇ ਦੀ ਖੂਬ ਮਹਿਫਿਲ ਉਡਾਈ। ਜਦ ਉਹ ਤੇ ਉਹਨਾਂ ਦੇ ਬਾਕੀ ਸਰਦਾਰ ਖੂਬ ਖਾ ਪੀ ਕੇ ਨਸ਼ੇ ਵਿੱਚ ਗੁੱਟ ਹੋ ਗਏ ਤਾਂ ਈਰਾਨੀਆਂ ਨੇ ਅਚਾਨਕ ਉਹਨਾਂ 'ਤੇ ਹਮਲਾ ਕਰਕੇ ਬੜੀ ਕੱਟ ਵੱਢ ਕੀਤੀ। ਬਹੁਤ ਸਾਰੇ ਸਰਦਾਰ ਮਾਰੇ ਗਏ ਤੇ ਬਾਕੀ ਕੈਦੀ ਬਣਾ ਲਏ ਗਏ। ਇਹਨਾਂ ਕੈਦੀਆਂ ਵਿੱਚ ਮਲਕਾ ਟੋਮਾਇਰਸ ਦਾ ਵੀ ਲੜਕਾ ਸੀ। ਜਦ ਮਲਕਾ ਨੂੰ ਪਤਾ ਲੱਗਾ ਕਿ ਉਹਦੇ ਲੜਕੇ ਅਤੇ ਫੌਜ ਨਾਲ ਕੀ ਵਾਪਰੀ ਹੈ ਤਾਂ ਉਹਨੇ ਸਾਇਰਸ ਵੱਲ ਇੱਕ ਦੂਤ ਭੇਜਿਆ ਜਿਸ ਨੇ ਸਾਇਰਸ ਨੂੰ ਸੰਬੋਧਨ ਹੋ ਕੇ ਕਿਹਾ, ਜ਼ਾਲਮ ਤੇ ਖੂੰਖਾਰ ਸਾਇਰਸ, ਇਸ ਮਾਮੂਲੀ ਜਿਹੀ ਜਿੱਤ 'ਤੇ ਅਭਿਮਾਨ ਨਾ ਕਰ। ਇਹ ਨਿਰਾ ਅੰਗੂਰਾਂ ਦਾ ਰਸ ਸੀ ਜੋ ਤੂੰ ਪੀ ਕੇ ਪਾਗਲ ਹੋ ਗਿਆ ਲੱਗਦਾ ਹੈ। ਇਹੋ ਨਸ਼ਾ ਤੂੰ ਮੇਰੇ ਪੁੱਤਰ ਨੂੰ ਪਿਆ ਕੇ ਧੋਖੇ ਨਾਲ ਪਕੜ ਲਿਆ ਹੈ, ਬਹਾਦਰੀ ਨਾਲ ਨਹੀਂ। ਮੈਂ ਤੇਰੇ ਭਲੇ ਲਈ ਤੈਨੂੰ ਸਲਾਹ ਦਿੰਦੀ ਹਾਂ ਕਿ ਤੂੰ ਮੇਰੇ ਪੁੱਤਰ ਨੂੰ ਫੌਰਨ ਵਾਪਸ ਕਰ ਦੇ ਤੇ ਜੇ ਮੇਰੇ ਦੇਸ਼ 'ਚੋਂ ਸੁੱਖ ਸਾਂਦ ਵਾਪਸ ਚਲਾ ਜਾ। ਜੇ ਤੂੰ ਮੇਰੀ ਗੱਲ ਨਾ ਗੌਲੀ ਤਾਂ ਵੇਖੀ ਮੈਂ ਸੂਰਜ ਦੇਵਤੇ ਦੀ ਸਹੁੰ ਚੁੱਕ ਕੇ ਕਹਿੰਦੀ ਹਾਂ ਕਿ ਤੇਰੇ ਵਰਗੇ ਖੂੰਖਾਰ ਵੈਸ਼ੀ ਨੂੰ ਮੈਂ ਖੂਨ ਨਾਲ ਰਜਾ ਦੇਵਾਂਗੀ। ਟੋਮਾਇਰਸ ਦੇ ਇਹਨਾਂ ਸ਼ਬਦਾਂ ਦੀ ਸਾਇਰਸ ਨੇ ਕੋਈ ਪਰਵਾਹ ਨਾ ਕੀਤੀ। ਉਧਰ ਜਦ ਟੋਮਾਇਰਸ ਦੇ ਲੜਕੇ ਦਾ ਨਸ਼ਾ ਉਤਰਿਆ ਤਾਂ ਉਹਨੇ ਵੇਖਿਆ ਕਿ ਉਹ ਕਿਸ ਬਿਪਤਾ ਵਿੱਚ ਆ ਫਸਿਆ ਹੈ ਤਾਂ ਉਹਨੇ ਸਾਇਰਸ ਨੂੰ ਆਪਣੀ ਰਿਹਾਈ ਲਈ ਬੇਨਤੀ ਕੀਤੀ। ਜਦ ਸਾਇਰਸ ਨੇ ਉਹਦੀ ਬੇਨਤੀ ਕਬੂਲ ਕਰ ਲਈ ਤਾਂ ਉਹਦੇ ਹੱਥਾਂ ਪੈਰਾਂ ਤੋਂ ਹੱਥਕੜੀਆਂ ਤੇ ਬੇੜੀਆਂ ਲਾਹ ਦਿੱਤੀਆਂ ਗਈਆਂ ਤਾਂ ਉਹਨੇ ਉੱਥੇ ਹੀ ਆਤਮਘਾਤ ਕਰ ਲਿਆ। ਜਦ ਟੋਮਾਇਰਸ ਨੇ ਵੇਖਿਆ ਕਿ ਸਾਇਰਸ ਨੇ ਉਹਦੀ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਤਾਂ ਉਹਨੇ ਆਪਣੀ ਬਾਕੀ ਸਾਰੀ ਸੈਨਾ ਇਕੱਠੀ ਕਰਕੇ ਸਾਇਰਸ 'ਤੇ ਇੱਕ ਜ਼ਬਰਦਸਤ ਧਾਵਾ ਬੋਲਿਆ।
ਪਹਿਲਾਂ ਦੋਹਾਂ ਪਾਸਿਆਂ ਨੇ ਇੱਕ ਦੂਜੇ ਦੇ ਤੀਰਾਂ ਦੀ ਵਿਛਾੜ ਕੀਤੀ। ਜਦ ਤੀਰ ਤਰਕਸ਼ਾਂ ਵਿੱਚੋਂ ਮੁੱਕ ਗਏ ਤਾਂ ਉਹ ਨੇਜ਼ਿਆਂ ਤੇ ਤਲਵਾਰਾਂ ਨਾਲ ਇੱਕ ਦੂਜੇ ਤੇ ਟੁੱਟ ਕੇ ਪਏ। ਦੋਹਾਂ ਵਿੱਚੋਂ ਕੋਈ ਵੀ ਪਿੱਛਾਂ ਹਟਣ ਦਾ ਨਾਂ ਨਹੀਂ ਸੀ ਲੈਂਦਾ। ਆਖਰ ਮੈਸਾਗੇਟਿਸ ਦਾ ਪੱਲਾ ਭਾਰੀ ਹੋ ਗਿਆ ਤੇ ਸਾਇਰਸ ਸਮੇਤ ਈਰਾਨੀਆਂ ਦੀ ਫੌਜ ਦਾ ਵੱਡਾ ਹਿੱਸਾ ਲੜਾਈ ਵਿੱਚ ਕੰਮ ਆਇਆ। ਮਲਕਾ ਟੋਮਾਇਰਸ ਦੇ ਹੁਕਮ ਨਾਲ ਬਾਕੀ ਲੋਥਾਂ ਵਿੱਚੋਂ ਬਾਦਸ਼ਾਹ ਸਾਇਰਸ ਦੀ ਲੋਥ ਨੂੰ ਲੱਭ ਕੇ ਉਹਦੇ ਸਾਹਮਣੇ ਪੇਸ਼ ਕੀਤਾ ਗਿਆ। ਫਿਰ ਉਹਨੇ ਇੱਕ ਮਸ਼ਕ ਮੰਗਵਾਈ ਜਿਸ ਵਿੱਚ ਜੰਗ ਵਿੱਚ ਮਾਰੇ ਗਏ ਸਿਪਾਹੀਆਂ ਦਾ ਖੂਨ ਇਕੱਠਾ ਕਰਕੇ ਇਹ ਕਹਿੰਦਿਆਂ ਉਸ ਵਿੱਚ ਸਾਇਰਸ ਦਾ ਸਿਰ ਡੁਬੋ ਦਿੱਤਾ ਕਿ ਮੈਂ ਤੇਰੇ ਤੇ ਲੜਾਈ ਵਿੱਚ ਜਿੱਤ ਪ੍ਰਾਪਤ ਤਾਂ ਕੀਤੀ ਹੈ, ਪਰ ਨਾਲ ਹੀ ਤੇਰੇ ਕਾਰਨ ਮੈਂ ਵੀ ਬਿਲਕੁਲ ਤਬਾਹ ਹੋ ਗਈ ਹਾਂ, ਕਿਉਂਕਿ ਤੂੰ ਮੇਰੇ ਪੁੱਤਰ ਨੂੰ ਧੋਖੇ ਨਾਲ ਪਕੜ ਰਿਹਾ ਸੀ। ਫਿਰ ਵੀ ਮੈਂ ਆਪਣਾ ਇਕਰਾਰ ਪੂਰਾ ਕਰਦੀ ਹਾਂ ਕਿ ਤੈਨੂੰ ਖੂਨ ਨਾਲ ਰਜਾ ਦੇਣਾ ਚਾਹੁੰਦੀ ਹਾਂ। ਹੈਲਨ ਤੇ ਸ਼ਹਿਜ਼ਾਦਾ ਪੈਰਿਸ। ਜਦੋਂ ਟਰਾਏ ਦਾ ਸ਼ਹਿਜ਼ਾਦਾ ਹੈਲਨ ਨੂੰ ਸਪਾਰਟਾ ਤੋਂ ਜ਼ਬਰਦਸਤੀ ਚੁੱਕ ਕੇ ਆਪਣੇ ਦੇਸ਼ ਵੱਲ ਮੁੜ ਰਿਹਾ ਸੀ ਤਾਂ ਰਾਹ ਵਿੱਚ ਭਾਰੀ ਤੂਫਾਨ ਆਇਆ, ਜਿਸ ਨਾਲ ਉਹਦਾ ਜਹਾਜ਼ ਕੁਰਾਹੇ ਪੈ ਕੇ ਮਿਸਰ ਦੇ ਕੰਢੇ ਜਾ ਲੱਗਾ। ਨੀਲ ਨਦੀ ਲਾਗੇ ਜਿੱਥੇ ਉਤਰਿਆ ਇੱਕ ਮੰਦਰ ਸੀ, ਉੱਥੋਂ ਇਹ ਕਾਨੂੰਨ ਸੀ ਕਿ ਜੇ ਕੋਈ ਗੁਲਾਮ ਆਪਣੇ ਮਾਲਕ ਕੋਲੋਂ ਨੱਸ ਕੇ ਇਸ ਮੰਦਰ ਵਿੱਚ ਆ ਪਨਾਹ ਲੈਂਦਾ ਹੈ ਤਾਂ ਉਹਦਾ ਮਾਲਕ ਉਸਨੂੰ ਗੁਲਾਮ ਨੂੰ ਪਕੜ ਨਹੀਂ ਸਕਦਾ ਸੀ। ਇਸ ਕਾਨੂੰਨ ਬਾਰੇ ਸੁਣ ਕੇ ਸ਼ਹਿਜ਼ਾਦੇ ਪੈਰਿਸ ਦੇ ਨੌਕਰ ਚਾਕਰ ਜੋ ਉਸਦੇ ਨਾਲ ਸਨ ਆਪਣੇ ਮਾਲਕ ਪਾਸੋਂ ਨੱਸ ਕੇ ਉਸ ਮੰਦਰ ਵਿੱਚ ਜਾ ਲੁਕੇ। ਆਪਣੇ ਮਾਲਕ ਨੂੰ ਹੋਰ ਜ਼ਿਆਦਾ ਮੁਸੀਬਤ ਵਿੱਚ ਫਸਾਉਣ ਲਈ ਉਹਨਾਂ ਨੇ ਉੱਥੇ ਬੈਠ ਕੇ ਇੱਕ ਸਾਜ਼ਿਸ਼ ਘੜੀ ਤੇ ਉਸ ਬੰਦਰਗਾਹ ਦੇ ਹਾਕਮ, ਜਿਸ ਦਾ ਨਾਮ ਬੋਨਿਸ ਸੀ, ਪਾਸ ਸ਼ਿਕਾਇਤ ਕੀਤੀ ਕਿ ਪੈਰਿਸ ਯੂਨਾਨ ਦੇ ਰਾਜੇ ਮਨੈਲੀਅਸ ਦੀ ਵਹੁਟੀ ਨੂੰ ਜ਼ਬਰਦਸਤ ਚੁੱਕ ਕੇ ਲੈ ਆਇਆ ਹੈ। ਥੋਨਿਸ ਨੇ ਉਸ ਥਾਂ ਦੇ ਰਾਜੇ ਨੂੰ, ਜਿਸ ਦਾ ਨਾਮ ਪ੍ਰੋਟੀਅਸ ਸੀ, ਇਹ ਇਤਲਾਹ ਦੇ ਦਿੱਤੀ। ਉਹਨੇ ਕਿਹਾ ਯੂਨਾਨ ਤੋਂ ਇੱਕ ਅਜਨਬੀ ਹੁਣੇ ਜੇ ਇੱਥੇ ਆਇਆ ਹੈ, ਉਹ ਟਰਾਏ ਦਾ ਰਹਿਣ ਵਾਲਾ ਹੈ ਤੇ ਇੱਕ ਬੜੀ ਪਿਆਰੀ ਕਰਤੂਤ ਕਰਕੇ ਆਇਆ ਹੈ। ਉਹ ਆਰਗੋਸ ਦੇ ਰਾਜੇ ਮਿਲੈਨੀਅਸ ਦਾ ਮਹਿਮਾਨ ਸੀ। ਇਸ ਮਹਿਮਾਨ ਨਵਾਜ਼ੀ ਦੇ ਬਦਲੇ ਧਰੋਹ ਕਰਕੇ ਉਹ ਆਪਣੇ ਮਿੱਤਰ ਦੀ ਵਹੁਟੀ ਨੂੰ ਕੱਢ ਲਿਆ ਹੈ। ਉਸ ਦੇ ਪਾਸ ਖਜ਼ਾਨਾ ਵੀ ਕਾਫੀ ਹੈ। ਇਹ ਹੈਲਨ ਤੇ ਖਜ਼ਾਨੇ ਸਮੇਤ ਆਪਣੇ ਦੇਸ਼ ਵੱਲ ਜਾ ਰਿਹਾ ਸੀ ਕਿ ਅਚਾਨਕ ਇੱਕ ਤੂਫਾਨ ਉਹਦੇ ਜਹਾਜ਼ ਨੂੰ ਧੂ ਕੇ ਸਾਡੇ ਦੇਸ਼ ਵਿੱਚ ਲੈ ਆਇਆ ਹੈ। ਪ੍ਰੋਟੀਅਸ ਨੇ ਉੱਤਰ ਦਿੱਤਾ, ਇਸ ਆਦਮੀ ਨੂੰ ਜਿਸਨੇ ਆਪਣੀ ਦੋਸਤ ਨਾਲ ਇਸ ਤਰ੍ਹਾਂ ਦਾ ਧਰੋਹ ਕਮਾਇਆ ਹੈ, ਫੌਰਨ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਏ। ਬੋਨਿਸ ਨੇ ਇਹ ਹੁਕਮ ਸੁਣਦਿਆਂ ਹੀ ਪੈਰਿਸ ਦੇ ਸਭ ਜਹਾਜ਼ ਕਾਬੂ ਕਰ ਲਏ ਤੇ ਉਹਨਾਂ ਨੂੰ ਪਕੜ ਕੇ ਥੋਨਿਸ ਦੇ ਸਾਹਮਣੇ ਲੈ ਆਂਦਾ। ਪ੍ਰੋਟੀਅਸ ਨੇ ਪੈਰਿਸ ਨੂੰ ਪਾਸ ਨੂੰ ਪੁੱਛਿਆ, ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ? ਇਸ ਗੱਲ ਦਾ ਪੈਰਿਸ ਨੇ ਠੀਕ ਠੀਕ ਉੱਤਰ ਦੇ ਦਿੱਤਾ, ਪਰ ਜਦ ਰਾਜੇ ਨੇ ਉਸ ਤੋਂ ਪੁੱਛਿਆ ਕਿ ਹੈਲਨ ਦਾ ਉਹਦੇ ਨਾਲ ਕੀ ਸੰਬੰਧ ਹੈ ਤਾਂ ਪੈਰਿਸ ਕੁਝ ਥਿੜਕ ਗਿਆ ਤੇ ਉਹਨੇ ਝੂਠ-ਮੂਠ ਕਹਾਣੀ ਬਣਾ ਕੇ ਪਿੱਛਾ ਛਡਾਉਣ ਦੀ ਕੋਸ਼ਿਸ਼ ਕੀਤੀ। ਇਸ ਤੇ ਉਹਦੇ ਨੌਕਰਾਂ ਚਾਕਰਾਂ ਨੇ, ਜਿਨ੍ਹਾਂ ਨੇ ਉਹਦੇ ਵਿਰੁੱਧ ਸਾਜ਼ਿਸ਼ ਘੜੀ ਸੀ, ਮੁੱਢ ਤੋਂ ਲੈ ਕੇ ਅਖੀਰ ਤੱਕ ਪੈਰਿਸ ਦੀ ਸਾਰੀ ਕਰਤੂਤ ਦੱਸ ਦਿੱਤੀ। ਇਹ ਸੁਣ ਕੇ ਪ੍ਰੀਟੋਰੀਅਸ ਨੇ ਫੈਸਲਾ ਦਿੱਤਾ, ਸਾਡੇ ਦੇਸ਼ ਦਾ ਇਹ ਕਾਨੂੰਨ ਹੈ ਕਿ ਕਿਸੇ ਵੀ ਮੁਸੀਬਤ ਦੇ ਮਾਰੇ ਅਜਨਬੀ ਨੂੰ ਜੇ ਮਜਬੂਰਨ ਸਾਡੇ ਦੇਸ਼ ਵਿੱਚ ਪਨਾਹ ਲੈਣੀ ਪਵੇ ਤਾਂ ਉਹਨੂੰ ਕਿਸੇ ਹਾਲਤ ਵਿੱਚ ਮੌਤ ਦੀ ਸਜ਼ਾ ਨਹੀਂ ਮਿਲ ਸਕਦੀ। ਜਿਸ ਕਾਨੂੰਨ ਨੇ ਮੇਰੇ ਹੱਥ ਨਾ ਬੰਨੇ ਹੁੰਦੇ ਤਾਂ ਮੈਂ ਤੈਨੂੰ ਜਾਨੋਂ ਮਰਵਾ ਦੇਣਾ ਸੀ। ਤੇਰਾ ਗੁਨਾਹ ਬਹੁਤ ਹੀ ਘਿਰਨਾਯੋਗ ਹੈ। ਤੂੰ ਆਪਣੇ ਮਿੱਤਰ ਨੂੰ ਉਹਦੀ ਮਹਿਮਾਨ ਨਿਵਾਜ਼ੀ ਦਾ ਇਹ ਬਦਲਾ ਦਿੱਤਾ ਹੈ ਕਿ ਤੂੰ ਉਹਦੀ ਪਤਨੀ ਨੂੰ ਹੀ ਕੱਢ ਲਿਆ ਹੈ। ਤੂੰ ਇਸ ਤੇ ਬਸ ਨਹੀਂ ਕੀਤੀ, ਬਲਕਿ ਤੂੰ ਆਪਣੇ ਮਿੱਤਰ ਦਾ ਖਜ਼ਾਨਾ ਵੀ ਖੋਹ ਕੇ ਲੈ ਆਇਆ ਹੈ। ਤੈਨੂੰ ਮੌਤ ਦੀ ਸਜ਼ਾ ਤਾਂ ਮੈਂ ਦੇ ਨਹੀਂ ਸਕਦਾ, ਤੈਨੂੰ ਇਹੀ ਸਜ਼ਾ ਕਾਫੀ ਹੈ ਕਿ ਹੈਲਨ ਤੇ ਤੇਰਾ ਹੋਰ ਖਜ਼ਾਨਾ ਜ਼ਬਤ ਕਰ ਲਿਆ ਜਾਏ ਤੇ ਤੂੰ ਜਿਵੇਂ ਖਾਲੀ ਹੱਥ ਆਪਣੇ ਦੇਸ਼ ਤੋਂ ਤੁਰਿਆ ਸਾਂ ਉਸੇ ਤਰ੍ਹਾਂ ਖਾਲੀ ਹੱਥ ਵਾਪਸ ਮੁੜ ਜਾਏ। ਹੈਲਨ ਦੀ ਰਹਿ ਗਈ ਗੱਲ, ਇਹ ਇਹਦੇ ਪਤੀ ਨੂੰ ਵਾਪਸ ਕਰ ਦਿੱਤੀ ਜਾਏਗੀ। ਤੈਨੂੰ ਤੇ ਤੇਰੇ ਸਾਥੀਆਂ ਨੂੰ ਮੈਂ ਕੇਵਲ 3 ਦਿਨ ਦੀ ਮੋਹਲਤ ਦਿੰਦਾ ਹਾਂ। ਜੇ ਤੂੰ 3 ਦਿਨ ਬਾਅਦ ਤੁਸੀਂ ਇੱਥੇ ਕਿਤੇ ਨਜ਼ਰ ਆਏ ਤਾਂ ਤੁਹਾਡੇ ਨਾਲ ਦੁਸ਼ਮਣਾਂ ਵਰਗਾ ਸਲੂਕ ਕੀਤਾ ਜਾਵੇਗਾ। ਪ੍ਰਾਚੀਨ ਯੂਨਾਨੀ ਕਵੀ ਹੋਮਰ ਨੇ ਪੈਰਿਸ ਦੇ ਹੈਲਨ ਨੂੰ ਕੱਢ ਲਿਆਉਣ ਦੀ ਕਹਾਣੀ ਨੂੰ ਆਪਣੀ ਪ੍ਰਸਿੱਧ ਪੁਸਤਕ ਏਲੀਅਡ ਦਾ ਆਧਾਰ ਬਣਾਇਆ ਹੈ, ਪਰ ਉਹਨੇ ਇਹ ਕਹਾਣੀ ਵਿੱਚੋਂ ਜਾਣਬੁੱਝ ਕੇ ਕੱਢ ਦਿੱਤੀ ਜਾਪਦੀ ਹੈ ਕਿਉਂਕਿ ਇਹ ਪੈਰਿਸ ਨੂੰ, ਜੋ ਇਸ ਕਾਵਿ ਦੇ ਮੁੱਖ ਪਾਤਰਾਂ ਵਿੱਚੋਂ ਹੈ, ਘਟੀਆ ਰੂਪ ਵਿੱਚ ਪੇਸ਼ ਕਰਦੀ ਹੈ। ਪੈਰਿਸ ਦੀ ਇਸ ਕੋਝੀ ਹਰਕਤ ਤੇ ਯੂਨਾਨੀਆਂ ਨੇ ਰਾਜਾ ਮਿਲੈਨੀਅਸ ਦੀ ਅਗਵਾਈ ਹੇਠ ਇੱਕ ਬੜਾ ਵੱਡਾ ਜੰਗੀ ਬੇੜਾ ਤਿਆਰ ਕੀਤਾ ਤੇ ਅਣਗਿਣਤ ਫੌਜ ਦੇ ਲੈ ਕੇ ਟਰਾਏ ਵੱਲ ਤੁਰ ਪਏ। ਟਰਾਏ ਦੇ ਸਮੁੰਦਰੀ ਕੰਢੇ ਤੇ ਉਤਰ ਕੇ ਉਹਨਾਂ ਨੇ ਆਪਣਾ ਕੈਂਪ ਲਾ ਲਿਆ ਤੇ ਟਰਾਏ ਦੇ ਰਾਜੇ ਪ੍ਰਾਈਮ ਨੂੰ ਆਪਣੇ ਦੂਤਾਂ ਰਾਹੀਂ ਇੱਕ ਸੁਨੇਹਾ ਭੇਜਿਆ। ਇਹਨਾਂ ਦੂਤਾਂ ਵਿੱਚ ਰਾਜਾ ਮਨੈਲੀਅਸ ਆਪ ਵੀ ਸੀ। ਉਹਨੇ ਪ੍ਰਾਈਮ ਪਾਸੋਂ ਨਾ ਕੇਵਲ ਹੈਲਨ ਅਤੇ ਲੁੱਟੇ ਹੋਏ ਖਜ਼ਾਨੇ ਦੀ ਵਾਪਸੀ ਦੀ ਮੰਗ ਕੀਤੀ, ਬਲਕਿ ਇਸ ਨੁਕਸਾਨ ਦਾ ਹਰਜਾਨਾ ਵੀ ਮੰਗਿਆ। ਪ੍ਰਾਈਮ ਨੇ ਅੱਗੋਂ ਉੱਤਰ ਦਿੱਤਾ ਕਿ ਉਸ ਪਾਸ ਨਾ ਹੀ ਹੈਲਨ ਤੇ ਨਾ ਹੀ ਲੁੱਟਿਆ ਹੋਇਆ ਖਜ਼ਾਨਾ ਹੈ। ਦੋਵੇਂ ਮਿਸਰ ਦੇ ਰਾਜੇ ਪ੍ਰੋਟੀਅਸ ਪਾਸ ਹਨ, ਇਸ ਲਈ ਇਹਨਾਂ ਚੀਜ਼ਾਂ ਦੀ ਜਿਹੜੀਆਂ ਉਸ ਪਾਸ ਹਨ ਹੀ ਨਹੀਂ, ਮੰਗ ਕਰਨੀ ਨਾ ਵਾਜਬ ਹੈ। ਯੂਨਾਨੀਆਂ ਨੇ ਸਮਝਿਆ ਕਿ ਜਾਂ ਤਾਂ ਟਰਾਏ ਵਾਲੇ ਪੱਲਾ ਛੁਡਾਉਣ ਲਈ ਝੂਠ ਬੋਲ ਰਹੇ ਹਨ ਤੇ ਜਾਂ ਉਹਨਾਂ ਦਾ ਮਖੌਲ ਉਡਾ ਰਹੇ ਹਨ। ਇਸ ਲਈ ਉਹਨਾਂ ਦੇ ਸ਼ਹਿਰ ਦੇ ਗਿਰਦ ਘੇਰਾ ਕੱਤ ਲਿਆ ਤੇ ਯੁੱਧ ਸ਼ੁਰੂ ਹੋ ਗਿਆ। ਇਹ ਯੁੱਧ 9 ਸਾਲ ਜਾਰੀ ਰਿਹਾ। ਇਸ ਵਿੱਚ ਦੋਵਾਂ ਪਾਸਿਆਂ ਤੋਂ ਵੱਡੇ ਵੱਡੇ ਯੋਧੇ ਮਾਰੇ ਗਏ, ਪਰ ਜਿੱਤ ਹਾਰ ਦਾ ਕੋਈ ਫੈਸਲਾ ਨਾ ਹੋ ਸਕਿਆ।
आखिर यूनानियां ने एक चाल चली। उन्हें लकड़ी का एक बहुत वड्डा घोड़ा तैयार किया जिहड़ा अंदरों खोखला सी। उन्हें उस विच अपने सब तो प्रसिद्ध ते सिरलत सुरमे लुका दिते। इस पिछों ये विखावा करने लई कि 9 साल लंबी लड़ाई तो तंग आ गए हैं, उन्होंने अपन सारिया फौजां अते जंगी समान अते जहाज़ां विच लद्या ते ट्राए तो वापस तुर पे। जद ट्राए वालियां ने यूनानियां नूं अपने देश वाल वापस मुड़दियां वेख्या तो उन्हां दी खुशी दी हद न रही। जद यूनानियां ने जहाज़ अखां तो ओले हो गए तो उन्होंने शहर का बूहा खोलिया तो मैदान में पिछां रह गए लक्कड़ के घोड़े नूं जित की निशानी वजों शहर के अंदर ले आए तो सारा दिन जित की खुशी विच खूब महफिलां उड़ाते रहे। जद रात नूं ट्राए वाले सारे दिन की थकावट कारण कूक सौ गए तो लक्कड़ के घोड़े अंदर लुके यूनानी योद्धे बाहर निकल आए तो उन्होंने शहर का वड्डा बूहा चोर चपट खोल दिता। उधर यूनानी जहाज़ जो केवल ट्राए वालियां दी अखां विच धूड़ पाउण लई उत्थों गए सन मुड़ आए तो यूनानी सैनिक खुले बूहे विचों हड़ वांग शहर विच दाखिल हो गए। रात के हनेरे विच उन्होंने सुत्ते पे शहरियों का सफाया कर दिता। सारा शहर फूल मारन पिछों जब उन्होंने हैलन उत्थों किते भी ना मिली तो बड़े निराश हुए। हुण उन्होंने पता लगा कि ट्राए वाले ठीक कह रहे सन कि हैलन उन्हां पास नहीं है। सो राजा मनेलियस हैलन की पाल विच मिस्र वाल तुर पिया। नील नदी राही मैफिस के शहर विच पहुंचा। उत्थे हैलन बारे पुछगिछ की। राजे प्रोटियस ने उहदी बड़ी आओ भगत की ते खजाने समेत हैलन उहदे हवाले कर दिती। पर मलेनियस ने मिस्रियां की आओ भगत की कदर न की। उन्हां नाल बड़ा धरोक माया। उन्हें हैलन नूं नाल लैके अपने देश वाल मुड़न दीआं तैयारियां पूरीआं कर लईआं सन, पर हवा के विरोधी दिशा विच चलण नाल उहदे जहाज़ सफ़र ते तुर ना सके। इसलिए वह कई दिन उत्थे ही रुकिया रहा। आखिर तंग आके उन्हें 2 मिस्री बच्चे फड़ के देवतियां नूं उन्हां दी बलि दे दित्ती तां जो बलि लैके देवते सफ़र आरंभ करन विच उहदी सहायता करन। जद मिस्रियां नूं इस कोर अनर्थ का पता लगा तो गुस्से विच आपे तो बाहर हो गए ते मनेलियस दे कीते इस कोर पाप की उन्होंने सज़ा देने लई उहदा पिछा किया। पर इस बारे वक्त सिर इतलाह मिल जाण करके वह समुद्री कंढे के नाल नाल अपने जहाज़ां नूं लीबिया वाल लै गया। उत्थों वो मौका पा के अपने देश अपड़ गया। अज तुसी मेरे नाल दुनिया के पहले इतिहासकार हेरोडोटस वालों दिते गए वेरविਆਂ विचों यूरोप ते एशिया के झगड़े का मुੱਢ किवें ਵੱਜਾ, राजा करीसस कौन सी ते किवें उसका सारा राज भाग साइरस के हत्थ विच आ गया, बादशाह साइरस ते मलका टोमायरस की सारी कहानी ते फिर हैलन ते शहजादा पैरिस बारे खोज भरपूर जानकारी हासिल की है, जिहड़े इतिहास विच दिलचस्पी रखण दे चाहवान विद्यार्थियों वास्ते बड़ी ही लाहेवंद हो सकती है। पच्छम वाले तो हेरोडोटस नूं दुनिया का सब तो पहला इतिहासकार मनते हैं। इस तो पहला लोग इतिहास नूं केवल किस्से कहानियां के रूप में ही लिखते सन, जिन्हां दा बहुत हिस्सा मन घड़त हुंदा सी। पर हेरोडोटस ने थां थां फिर के इतिहास नूं खोजण अते उस विच अपनी सूझबूझ की कसवट्टी ते परख के सच्चाई नूं प्राप्त करने की कोशिश की है। इसलिए यूरोप वाले इस नूं इतिहास का पिता कहते हैं। हेरोडोटस के निजी जीवन बारे बहुत घट पता है, पर फिर भी मैं जिवें पहलां जिक्र किया है कि यह 490 ईस्वी पूर्व दे विच एशिया मानर के शहर हेलिकारनासिस विच अमीर घराने विच पैदा होया। इस दे परिवार का उत्थों के राजे नाल झगड़ा हो जाण करके इसनूं भी देश निकाला हो गया। देश निकाले के दौरान विच यह दूर दूर देशों में फिर के इतिहास इकट्ठा करता रहा ते तकरीबन 60 साल की उम्र भोग के गुजर गया। जिन्हां कौमां का हाल हेरोडोटस अपने इतिहास विच वर्णन करता है, उन्हां दा दुनिया के तख्ते तो ना निशान भी मिट गया है। पर उहदी पुस्तक केवल इतिहास का ही नहीं बल्कि साहित्य का एक अनमोल रतन मन्निया जाता है। तो अज तुसीं उही घटनावां बारे सुनिया है जां पढ़िया है जिहड़ियां कि बहुत ही दिलचस्प ते सिੱਖਿਆਦਾਇਕ ਹਨ। शुभ इच्छावां सहित धन्नवाद। हरजीत बमरा।